मैं सारिਆਂ ਦਾ बहुत ਧੰਨਵਾਦੀ ਹਾਂ ਜਿਹੜੇ मैं इस दिहाड़े नूं माण करनयोग दिहाड़ा कहना है कि जदों सिखां ने एक ऐसा इतिहास रचिया है जिन्हों काला दौर कहा जाता है उन्हां वास्ते काला दौर होऊगा। असीं माण करते हैं इस दिहाड़े ते कि असीं एक सिख चरित्र दा एक खालसा चरित्र दा इस दिहाड़े ते प्रगटा कीता सी। पर सब तो पहलां मेरी जिहड़े लूं कंडे खड़े होए आ ਜਾਂ ਜਦੋਂ ਮੈਨੂੰ ਬਾਣੀ ਦਾ ਕੋਈ ਨਾਦ ਸੁਣਦਾ ਹੈ, ਭਾਈ ਰਣਧੀਰ ਸਿੰਘ ਜੀ ਸਰੰਦਾਬਾਦ ਵਾਚਕ ਇੱਥੇ ਆਏ, ਉਹਨਾਂ ਨੇ ਕੀਰਤਨ ਕੀਤਾ ਤੇ ਜਿਹੜੇ ਉਹਨਾਂ ਨੇ ਸ਼ਬਦ ਸ਼ੁਰੂ 'ਚ ਜਦੋਂ ਮੈਂ ਇੱਥੇ ਪਹੁੰਚਿਆ ਜਿਹੜਾ ਕੀਰਤਨ ਚੱਲ ਰਿਹਾ ਸੀਗਾ, ਗगन ਦਾ ਮਾਮਾ ਬਾਜਿਓ ਪਰ ਉਹ ਨਸਾਣੇ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, ਤੇ ਮੈਨੂੰ ਬਹੁਤ मतलब देह रूप च चीज़ां बीयर करनियां औखियां हुंदियां, मेरे लूं कंडे खड़े हुंदे आ। ते एक चंगा फैसला होया बहुत वधिया जिहड़ा तंती साजां ते कीर्तन करन दी पुरातन परंपरा दी रवायत आ ते ओहदे च जिहड़ा बाणी दा तेज आ बहुत जिहड़े ओहदे कमाल दे प्रभाव दिंदे आ। पर मैं समा मैनू एक गल ये आ भी जिहड़ा समा है वो मैनू 10 मिनट पहलां तुसीं दस देना हैगा क्योंकि मैं आपदे लहर च मेरा पता नहीं लगना मैनू समय दा। अज दा दिन है कि इहनू याद किवें करिए, इस दिन नू परिभाषित किवें कीता जा सकदा है। साडे कवियां ने अफजल हसन रंधावा पाकिस्तान दे बहुत वड्डे सिख कवि सी, उन्होंने इहनूं कहा है 5 सदियां दा वैर आ। जदों साडा धर्म शुरू होया ते दुष्ट ने 5 सदियां दा साडे नाल वैर कढिया। प्रोफैसर हरिंदर सिंह महबूब जी शहीद दी अरदास दीआं कवितावां च इहनूं 3 सदियां दा वैर कहिंदे। ਇਹ ਵੈਰ ਆ ਉਸ ਹਕੂਮਤ ਨੇ ਸਾਡੇ ਨਾਲ ਵੈਰ ਕੱਢਿਆ ਜਿਹੜੀ ਪੁਸ਼ਤਾਂ ਤੋਂ ਕਦੇ ਮੁਗਲ ਦੇ ਰੂਪ ਚ ਆਉਂਦੀ ਆ, ਕਦੇ ਅੰਗਰੇਜ਼ ਦੇ ਰੂਪ ਚ ਆਉਂਦੀ ਆ, ਕਦੇ ਹਿੰਦੂ ਦੇ ਰੂਪ ਚ ਆਉਂਦੀ ਆ। ਸਾਡੇ ਮਹਾਨ ਕਵੀ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਕਵੀ ਸ਼ਾਹ ਮੁਹੰਮਦ ਜੀ ਜੰਗ ਬਾਰੇ ਇੱਕ ਬਿਆਨ ਕਰਦੇ ਆ ਕਿ ਜੰਗ ਕੀ ਆ, ਜਦੋਂ ਐਂਗਲੋ ਸਿੱਖ ਲੜਾਈਆਂ ਹੁੰਦੀਆਂ, ਯੁੱਧ ਹੁੰਦੇ ਆ ਅੰਗਰੇਜ਼ ਨਾਲ ਸਿੱਖਾਂ ਦੇ, ਹਿੰਦ ਪੰਜਾਬ ਦਾ ਜੰਗ ਆ। ਇਹ ਜੰਗ ਬੇਸਿਕਲੀ ਹਿੰਦ ਪੰਜਾਬ ਦਾ ਜੰਗ ਸੀਗਾ ਜਿਹੜਾ 1984 ਚ ਵਾਪਰਿਆ। ਇੱਕ ਪਾਸੇ ਸੰਤ ਰੂਹਾਂ, ਮੇਰੇ ਵਾਸਤੇ ਬਹੁਤ ਭਾਵਕ ਕਰਨ ਵਾਲੇ ਸ਼ਬਦ ਆ, 2 ਕੌਮਾਂ ਦਾ ਚਰਿੱਤਰ ਪ੍ਰਗਟ ਹੋ ਰਿਹਾ। ਇੱਕ ਪਾਸੇ ਸੰਤ ਦਾ ਤੇਜ ਆ, ਦੂਜੇ ਪਾਸੇ ਬੇਪਰ ਦਾ ਕੂੜ ਆ। ਮੈਂ ਬਹੁਤ ਨੰਗੇ ਚਿੱਟੇ ਸ਼ਬਦਾਂ 'ਚ ਗੱਲ ਕਰ ਰਿਹਾ। ਇੱਕ ਪਾਸੇ ਸੰਤ ਦਾ ਤੇਜ ਆ, ਸੰਤ ਦੀ ਅਗਵਾਈ 'ਚ ਫੌਜ ਲੜ ਰਹੀ ਆ, ਕੁਛ ਕੁ ਸਾਡੇ 70-80-100 ਗੁਰੂ ਦੇ ਪਿਆਰੇ ਜਿਹੜੇ ਸੰਤ ਰੂਪ ਹੀ ਆ ਉਹ ਲੜ ਰਹੇ ਆ, ਤੇ ਦੂਜੇ ਪਾਸੇ ਬੇਪਰਦਾ ਜਿਹੜਾ ਹੈਗਾ ਕੁਫਰ ਆ ਉਹ ਲੜ ਰਿਹਾ ਹੈਗਾ। ਤੇ ਦੋਨਾਂ ਦੀ ਲੜਾਈ ਆ, ਗੱਲ ਸਾਫ਼ ਹੋ ਰਹੀ ਆ। ਬੇਪਰਵਾਦੀ ਚਰਿੱਤਰ ਤੇ ਸਿੱਖ ਚਰਿੱਤਰ ਐਨ ਪਰਦੇ ਤੇ ਉਗੜ ਕੇ ਸਾਹਮਣੇ ਆ ਜਾਂਦੇ ਆ। ਅਸੀਂ ਕੀ ਆ, ਤੁਸੀਂ ਕੀ ਆ, ਸਾਡਾ ਨਬੇੜਾ ਹੋ ਜਾਂਦਾ ਹੈ। ਪਰ ਜਦੋਂ ਨਾ ਅਫਜ਼ਲ ਹਸਨ ਰੰਧਾਵਾ ਤੇ ਹਰਿੰਦਰ ਸਿੰਘ ਮਹਿਬੂਬ ਤੋਂ ਬਾਅਦ ਉਹਨਾਂ ਦਾ ਇੱਕ ਮਿੱਤਰ ਕਵੀ ਆ ਨਵਤੇਜ ਭਾਰਤੀ, ਉਹ ਇੱਕ ਕਵਿਤਾ ਲਿਖਦਾ ਰਮਾਇਣ ਦੇ ਵਿੱਚੋਂ, ਰਮਾਇਣ ਦਾ ਹੀ ਉਹ ਅੰਸ਼ ਆ, ਰਮਾਇਣ ਦੇ ਮਿਥਿਹਾਸ ਚੋਂ, ਹਿਰਨ ਦਾ ਵਰਤਾਂਤ। ਉਹ ਕੀ ਸੋਚਦੇ ਆ, ਕਿੱਥੇ ਕੁ ਖੜੇ ਆ, ਉਹਨਾਂ ਦਾ ਪੈਗਾਮ, ਉਹਨਾਂ ਦਾ ਅਵਤਾਰ ਦੀ ਜਿਹੜਾ ਹੈਗਾ ਅਵਤਾਰ ਦੀ ਰਮਾਇਣ ਚ ਕੀ ਪੇਸ਼ਕਸ਼ ਕੀਤੀ ਗਈ। ਕਹਿੰਦੇ ਸੀਤਾ ਜਦੋਂ ਉਹਨੂੰ ਭੁੱਖ ਲੱਗਦੀ ਆ, ਕਾਫੀ ਭੁੱਖ ਨਾਲ ਸਤਾਈ ਜਾਂਦੀ ਰਾਮ ਦੀ ਪਤਨੀ ਉਹਨਾਂ ਦੇ ਅਵਤਾਰ ਦੀ, ਉਹ ਨਾ ਰਾਮ ਨੂੰ ਕਹਿੰਦੀ ਵੀ ਜਾ ਜੰਗਲ ਚ ਜਾ, ਸ਼ਿਕਾਰ ਮਾਰ ਕੇ ਲਿਆ ਤੇ ਮੈਂ ਕੁਛ ਖਾਣਾ। ਰਾਮ ਸ਼ਿਕਾਰ ਮਾਰਨ ਜਾਂਦਾ ਹੈ। ਇੱਕ ਬਹੁਤ ਸੋਹਣਾ ਮਤਲਬ ਕਵੀ ਨੇ ਉਹਨੂੰ ਐਂ ਬਿਆਨ ਕੀਤਾ ਕਿ ਇੰਨਾ ਕੱਦ ਪੁੱਤ, ਇੰਨਾ ਸੋਹਣਾ ਸੁਨਹਿਰੀ ਹਿਰਨ ਸੀ, ਦੂਰੋਂ ਦੇਖ ਕੇ ਰਾਮ ਉਹਦੇ ਵੱਲ ਬਾਣ ਛੱਡਦੇ ਆ, ਤੀਰ ਛੱਡਦੇ ਆ,
हिरन दी मौत बहुत ज्यादा तराशदेक हुंदी आ, बहुत तड़फदा है। ਉਹਦੇ ਜਦੋਂ ਬਾਣ ਵੱਜਦਾ ਤੀਰ ਵੱਜਦਾ ਉਹ ਬਹੁਤ ਤੜਫਦਾ, ਰਾਮ ਦੂਰ ਹੁੰਦਾ ਉਦੋਂ ਉਹ ਬਹੁਤ ਤੜਫਦਾ ਤੇ ਤੜਫ ਕੇ ਉਹਦੀ ਮੌਤ ਹੋ ਜਾਂਦੀ ਆ। ਨਵਤੇਜ ਭਾਰਤੀ ਕਹਿੰਦਾ ਹਰੇ ਕਚੂਰ ਘਾਹ ਦੇ ਉੱਤੇ ਉਹਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਹਿਰਨ ਦੀਆਂ ਤੇ ਤਿਪ 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 ਉਹਦੀਆਂ ਅੱਖਾਂ ਚੋਂ ਪਾਣੀ ਵਗੀ ਜਾਂਦਾ ਹੈਗਾ। ਰਾਮ ਜੀ ਨੇ ਬਹੁਤ ਦੂਰੋਂ ਤੀਰ ਮਾਰ ਕੇ ਉਹਨੂੰ ਮਾਰਿਆ ਸੀ। ਉਹ ਨੇੜੇ ਆਉਂਦਾ ਹੈ, ਉਹ ਨੇੜੇ ਆ ਕੇ ਆਪਦਾ ਸ਼ਿਕਾਰ ਜਦੋਂ ਚੱਕਣ ਆਉਂਦਾ ਤੇ ਉਹ ਦੇਖਦਾ ਹੈਗਾ ਵੀ ਮੈਥੋਂ ਐਡਾ ਕੁ ਸੋਹਣਾ ਕਿਸੇ ਜੀਵ ਦੀ ਮੌਤ ਹੋ ਗਈ, ਮੇਰੇ ਤੋਂ ਇਹਦਾ ਕਤਲ ਹੋ ਗਿਆ, ਮੇਰੇ ਤੋਂ ਇਹਦੀ ਹੱਤਿਆ ਹੋ ਗਈ। ਉਹਨੂੰ ਕਿੜਾਂ ਪੈਂਦੀਆਂ। ਨਵਤੇਜ ਭਾਰਤੀ ਕਹਿੰਦਾ ਉਹਦਾ ਜਿਹੜਾ ਕਵੀ ਹੈ ਲੀਲਾ ਦਾ ਹਿਰਨ ਦਾ ਵਰਤਾਂਤ ਕਵਿਤਾ ਹੈ, ਉਹਦੇ ਤੋਂ ਜਰਿਆ ਨਹੀਂ ਜਾਂਦਾ। ਫਿਰ ਉਹਨੂੰ ਕਿੜਾਂ ਪੈਂਦੀਆਂ, ਉਹਨੂੰ ਆਏ ਆ ਵੀ ਮੈਂ ਕੋਈ ਪਾਪ ਕਰ ਲਿਆ। ਉਹ ਵਾਰੀ ਵਾਰੀ ਜਿਹੜਾ ਹੈ ਨਾ ਮਤਲਬ ਇਹ ਕਹੀ ਜਾਂਦਾ ਹਿਰਨ ਨੂੰ ਵੀ ਮੈਨੂੰ ਮਾਫ ਕਰ ਦੇ, ਤੂੰ ਆਪਦੀਆਂ ਅੱਖਾਂ ਮੁੰਦ ਲਾ, ਤੇਰੀਆਂ ਖੁੱਲੀਆਂ ਅੱਖਾਂ ਮੈਥੋਂ ਦੇਖੀਆਂ ਨਹੀਂ ਜਾਂਦੀਆਂ, ਤੂੰ ਅੱਖਾਂ ਮੁੰਦ ਲਾ। ਇੱਕ ਉਹ ਨਾ ਬਹੁਤ ਤਰਸ ਦੇ ਰੂਪ ਚ ਕਹਿੰਦਾ ਹੈਗਾ, ਕਹਿੰਦਾ ਮੈਂ ਹਿੰਦੂਆਂ ਦਾ ਆਖਰੀ ਅਵਤਾਰ ਤੇਰੇ ਮੂਹਰੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੂੰ ਆਪਦੀਆਂ ਅੱਖਾਂ ਮੁੰਦ ਲਾ, ਇਹ ਅੱਖਾਂ ਬੰਦ ਕਰ ਲਾ, ਤੇਰੇ ਸੋਹਣੇ ਖੁੱਲੇ ਨੈਣ ਮੈਥੋਂ ਦੇਖੇ ਨਹੀਂ ਜਾਂਦੇ, ਇਹ ਬੰਦ ਕਰ ਲਾ। ਤੇ ਇਹੀ ਗੱਲ ਕਹਿੰਦਾ ਉਹ ਕਲਪਦਾ ਤੜਫਦਾ, ਪਰ ਹਿਰਨ ਜਿਹੜਾ ਹਿਰਨ ਉਵੇਂ ਹੀ ਖੁੱਲੀਆਂ ਅੱਖਾਂ 'ਚ ਹਰੇ ਕਚੂਰ ਘਾਹ ਤੇ ਉਹਦਾ ਲਾਸ਼ ਪਈ ਆ। ਆ ਇੱਕ ਫੋਟੋ ਦੇਖੋ, ਮੈਂ ਹਿਰਨ ਦਾ ਵਰਤਾਂਤ ਸੁਣਾਇਆ, ਉਦੋਂ ਬਾਅਦ ਆ ਇੱਕ ਫੋਟੋ ਦੇਖੋ। ਉਹ ਆ ਜੋ ਹਿੰਦੂਆਂ ਦੇ ਭਗਵਾਨ ਨੇ ਨਹੀਂ ਦੇਖਿਆ, ਜੋ ਇੱਕ ਹਿਰਨ ਦੀ ਮੌਤ ਤੇ ਜਿਹਨੇ ਵਰਲਾਪ ਕੀਤਾ ਤੇ ਤੜਫਿਆ। ਅਸੀਂ ਉਹ ਆ ਜਿਨ੍ਹਾਂ ਨੇ ਆਪਦੇ ਬੱਚੇ ਦੇਖੇ ਆ। ਇਹਨਾਂ ਦਾ ਇਹਦੇ ਨੈਣਾਂ ਦੇਖੋ, ਇਹਦੇ ਚਿਹਰੇ 'ਚ ਦੇਖੋ। ਅੱਜ ਹਿੰਦੂਆਂ ਦਾ ਭਗਵਾਨ, ਹਿੰਦੂਆਂ ਦਾ ਅਵਤਾਰ ਰਾਮ ਹੁੰਦਾ, ਜਿਹੜਾ ਇੱਕ ਹਿਰਨ ਦੀ ਮੌਤ ਤੋਂ ਤੜਫ ਉੱਠਿਆ ਸੀ, ਇਹਦੀਆਂ ਅੱਖਾਂ 'ਚ ਦੇਖ ਸਕਦਾ। ਡਾਕਟਰ ਗੁਰਭਗਤ ਸਿੰਘ ਕਹਿੰਦੇ ਆ ਕਿ ਜ਼ਖਮ ਨੂੰ ਸੂਰਜ ਬਣਨ ਦਿਓ। ਜਿਹੜੇ ਤੁਹਾਡੇ ਜ਼ਖਮ ਨਾ, ਇਹ ਤੁਹਾਡੀ ਤਾਕਤ ਆ, ਇਹਨਾਂ ਨੂੰ ਸੂਰਜ ਬਣਨ ਦਿਓ ਤੇ ਇਹਨਾਂ ਤੋਂ એનર્ਜੀ ਲਓ। ਆਹ ਫੋਟੋ ਸਾਨੂੰ ਮਰਨ ਨਹੀਂ ਦਿੰਦੀ। ਜਦੋਂ ਇਹ ਦੇਖਦੇ ਆ ਅਸੀਂ ਜਿਉਂਦੇ ਹੁੰਦੇ ਆ। ਨਿਤਸ਼ੇ ਕਹਿੰਦਾ ਇਹੋ ਜਿਹੀਆਂ, ਪੱਛਮ ਦਾ ਮਹਾਨ ਦਾਰਸ਼ਕ ਨਿਤਸ਼ੇ ਕਹਿੰਦਾ ਇਹੋ ਜਿਹੀਆਂ ਮਹਾਨ ਤਰਾਸ਼ਦੀਆਂ ਸਾਨੂੰ ਜਿਉਂਦਾ ਰੱਖਦੀਆਂ। ਇਹ ਮੌਤ, ਟਾਰਚਰ ਸਾਨੂੰ ਜਿਉਂਦਾ ਰੱਖਦੀ ਆ ਤੇ ਮਰਨ ਨਹੀਂ ਦਿੰਦੀ। ਇਹਦੀ ਯਾਦ 'ਚ ਅਸੀਂ ਯੋਧੇ ਬਣਦੇ ਆ ਤੇ ਲੜਨ ਦੀ ਸਪਿਰਿਟ ਸਾਡੇ 'ਚ ਪੈਦਾ ਹੁੰਦੀ ਆ। ਇਹ ਕਸ਼ਮੀਰ 'ਚ ਜਦੋਂ ਇਹਨਾਂ ਨੇ ਸਿੰਘਪੁਰਾ 'ਚ, ਜਿਹੜੇ 36 ਸਿੰਘਪੁਰਾ 'ਚ ਸਾਡਾ ਜਿਹੜਾ ਕਤਲੇਆਮ ਕੀਤਾ, ਉਦੋਂ ਜਿਹੜਾ ਬੱਚਿਆਂ ਦਾ ਹਾਲ ਆ, ਜਿੱਥੇ ਸਾਡੇ ਬਹੁ ਗਿਣਤੀ 'ਚ ਸਿੱਖ ਇਹਨਾਂ ਨੇ ਇੱਕ ਡਰਾਮਾ ਕਰਕੇ ਕਿ ਪਾਕਿਸਤਾਨ 'ਚੋਂ ਬੰਦੇ ਆ ਕੇ ਮਾਰ ਗਏ, ਪਾਕਿਸਤਾਨ ਦੀ ਵਰਦੀ ਪਾ ਕੇ। ਬਸ਼ਰਮੀ ਨਾਲ ਮੀਡੀਆ ਨੇ ਇਹ ਗੱਲ ਕਹੀ ਕਿ ਉਹਨਾਂ ਦੇ ਪਾਕਿਸਤਾਨ ਦੀ ਵਰਦੀ ਪਾਈ ਸੀਗੀ। ਤੇ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਏਜੰਸੀਆਂ ਨੇ ਸਾਡਾ ਕਤਲੇਆਮ ਕੀਤਾ ਕਸ਼ਮੀਰ 'ਚ। ਆ ਜਦੋਂ ਕਸ਼ਮੀਰ 'ਚ ਸਿੱਖ ਮਾਰੇ ਜਾਂਦੇ ਆ, ਉਹਨਾਂ ਦੇ ਬੱਚੇ ਵਿਰਲਾਪ ਕਰਦੇ ਆ ਉਹਨਾਂ ਦੇ ਬੱਚੇ ਆ। ਤੇ ਇਹਨਾਂ ਦੇ ਚਿਹਰਿਆਂ 'ਚ ਦੇਖੋ, ਖਾਸ ਕਰ ਜਿਹੜਾ ਬੱਚਾ ਹੈਗਾ ਵਿਚਾਲੇ, ਜਿਹੜਾ ਮੇਲ ਚਾਈਲਡ ਆ ਤੇ ਆ ਫੀਮੇਲ ਆ, ਉਧਰ ਦੂਜੀ ਜਿਹੜੀ ਛੋਟੀ ਬੱਚੀ ਆ। ਕਾਮਰੇਡਾਂ ਨੇ ਬਹੁਤ ਉਹ ਤਰਾਸ਼ਦੀ ਨੂੰ ਮਹਾਨਤਾ ਦਿੰਦੇ ਆ ਵੀ ਅਸੀਂ ਤਰਾਸ਼ਦੀ ਲਿਖੀ ਆ, ਅਸੀਂ ਤਰਾਸ਼ਦਿਕ ਸਾਹਿਤ ਲਿਖਿਆ। ਇੰਨੇ ਕੁ ਡਰਾਮੇ ਕੀਤੇ, ਇੰਨਾ ਕੁ ਝੂਠ ਬੋਲਿਆ। ਸਰਜੀਤ ਪਾਤਰ ਨੇ ਇੱਕ ਕਿਤਾਬ ਲਿਖੀ, ਬਿਰਖ ਅਰਜ ਕਰੇ, ਸ਼ਾਇਦ 84 ਤੇ ਕਿਤਾਬ ਆ। ਸਟੇਟ ਦਾ ਪੱਖ ਪੂਰਦੀ ਤੇ ਇੱਕ ਵਿੱਚ ਵਿਚਾਲੇ ਜੇ ਗੱਲ ਕਰਦੀ ਇੱਕ ਦੋਗਲੀ ਬਿਰਤੀ ਦੀ ਕਿਤਾਬ ਲਿਖੀ। ਉਹੋ ਜੀ ਪੇਤਲੇ ਪੱਧਰ ਦੀ ਕਿਤਾਬ, ਉਹੋ ਜੇ 1000 ਕਵੀ ਪੈਦਾ ਹੋਣ, ਇੱਕ ਫੋਟੋ ਦਾ ਮੁਕਾਬਲਾ ਨਹੀਂ ਕਰ ਸਕਦੀ ਜਿਹੜੇ ਸਟੇਟ ਦੇ ਪਾਲਤੂ ਕਵੀ ਆ। ਜਾਂ ਕਾਮਰੇਡਾਂ ਨੇ ਜਿਵੇਂ ਅਵਤਾਰ ਪਾਸ਼ ਨਾਂ ਦਾ ਇੱਕ ਅਖੌਤੀ ਜਿਹਾ ਕਵੀ ਪੈਦਾ ਕੀਤਾ, ਜਿਹਨੇ ਬਹੁਤ ਜ਼ਿਆਦਾ ਸਿੱਖਾਂ ਤੇ ਕਟਾਕਸ਼ ਕੀਤੇ ਤੇ ਬਹੁਤ ਜ਼ਿਆਦਾ ਮਤਲਬ ਸਾਡੇ ਬਾਰੇ ਮਾੜਾ ਬੋਲਿਆ।
ਉਹੋ ਜਿਹੀਆਂ ਨਗੂਣੀਆਂ ਕਲਮਾਂ ਇੱਕ ਫੋਟੋ ਦਾ ਵੀ ਨਹੀਂ ਮੁਕਾਬਲਾ ਕਰ ਸਕਦੀਆਂ। ਉਹ ਘੜੀ ਸੀ ਕੋਈ ਕਮਾਲ ਦੀ ਜਦੋਂ ਇਹ ਫੋਟੋਆਂ ਖਿੱਚੀਆਂ ਗਈਆਂ ਜਾਂ ਜਦੋਂ ਇਹ ਪੇਂਟਿੰਗਸ ਬਣਾਈਆਂ। ਆ ਸੰਤ ਜਰਨੈਲ ਸਿੰਘ ਜੀ ਦੀ ਇੱਕ ਪੇਂਟਿੰਗ ਆ, ਇਹ ਬਹੁਤ ਜ਼ਿਆਦਾ ਮਸ਼ਹੂਰ ਹੋਈ ਆ ਪੇਂਟਿੰਗ। ਅੱਜ ਤੋਂ 10 ਸਾਲ ਪਹਿਲਾਂ 10-12 ਸਾਲ ਪਹਿਲਾਂ ਇਹ ਪੇਂਟਿੰਗ ਬਣੀ ਸੀਗੀ। ਪੰਜਾਬੀ ਮੂਲ ਦੀ ਇੱਕ ਕੁੜੀ ਬਾਹਰ ਰਹਿੰਦੀ ਆ ਕਿਸੇ ਵਿਦੇਸ਼ 'ਚ, ਉਹਨੇ ਇਹ ਪੇਂਟਿੰਗ ਬਣਾਈ। ਤੇ ਜਦੋਂ ਇਹ ਪੇਂਟਿੰਗ ਬਣੀ ਸੀ, ਇਹਨੂੰ ਆਰਟ ਨੂੰ ਸਮਝਣ ਵਾਲੇ ਬੰਦੇ ਚਾਹੀਦੇ, ਪੇਂਟਿੰਗ ਨੂੰ ਸਮਝਣ ਵਾਲੇ ਬੰਦੇ। ਜਦੋਂ ਇਹ ਪੇਂਟਿੰਗ ਬਣੀ ਸੀਗੀ, ਇੱਕ ਵਾਰੀ ਆਰਟ ਦੇ ਜਗਤ 'ਚ ਤਹਿਲਕਾ ਮੱਚ ਗਿਆ ਸੀਗਾ ਕਿ ਕਿਸੇ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲਿਆਂ ਦੀ ਐਡੀ ਜ਼ਬਰਦਸਤ ਪੇਂਟਿੰਗ ਬਣਾਈ ਆ। ਮੈਂ ਡਾਕਟਰ ਦਰਸ਼ਨ ਸਿੰਘ ਨੂੰ ਪੁੱਛਿਆ, ਪਰ ਆਪਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਮੁਖੀ ਆ ਉਹ, ਕਿਉਂਕਿ ਪੇਂਟਿੰਗ ਦਾ ਬਹੁਤ ਉਹਨਾਂ ਨੂੰ ਸ਼ੌਕ ਅਤੇ ਬੜੀਆਂ ਵੱਡੀਆਂ ਪੇਂਟਿੰਗ ਪੜ੍ਹੇ ਆ। ਉਹ ਨਾ ਇੱਧਰਲਾ ਜਿਹੜਾ ਇਹਦਾ ਹੈਗਾ, ਜਿੱਧਰੋਂ ਸਾਫ਼ ਚਿਹਰਾ ਦਿੰਦਾ ਹੈ, ਇੱਧਰਲੇ ਪਾਸੇ ਨੂੰ ਦੇਖ ਕੇ ਕਹਿੰਦੇ ਇਹ ਸੰਤ ਦਾ ਉਹ ਚਿਹਰਾ ਹੈ ਜਿਹੜਾ ਦੁਨਿਆਵੀ ਲੋਕ ਦੇਖ ਸਕਦੇ ਆ, ਜਿਹੜਾ ਦੁਨਿਆਵੀ ਲੋਕਾਂ ਦੀ ਦੇਖਣ ਦੀ ਸਮਰੱਥਾ ਹੈ। ਜਿਹੜਾ ਬਲਰ ਕੀਤੀ ਗਈ ਦੂਜੀ ਸਾਈਡ ਆ, ਇਹ ਉਸ ਜਿਹੜੇ ਹੈਗੇ ਆ ਗੁਰੂ ਦੇ ਪਿਆਰੇ ਜਾਂ ਬਹੁਤ ਜ਼ਿਆਦਾ ਸੰਤ ਮਹਾਂਪੁਰਸ਼ ਆ ਜਿਹੜੇ, ਇਹ ਉਹਨਾਂ ਦਾ ਉਹ ਚਿਹਰਾ ਹੈ ਜਿਹੜਾ ਆਮ ਜਗਤ ਦੇਖ ਨਹੀਂ ਸਕਦਾ, ਜਿਹਨੂੰ ਕੱਥ ਨਹੀਂ ਕਥਿਆ ਜਾ ਸਕਦਾ। ਆ ਉਹ ਮਹਾਨ ਪੇਂਟਿੰਗ ਆ। ਹੁਣ ਹੋਇਆ ਕੀ ਆ, ਜਿਹੜਾ ਮੈਂ ਕਹਿੰਦਾ ਵੀ ਸਟੇਟ ਦੇ ਚਰਿੱਤਰ ਦਾ ਤੇ ਸਾਡੇ ਚਰਿੱਤਰ ਦਾ ਪਤਾ ਲੱਗਦਾ ਹੈ। ਇੱਕ ਜਸਵੀਰ ਸਿੰਘ ਘੁੰਮਣ ਨਾਂ ਦਾ ਪੱਤਰਕਾਰ ਆ, ਜਸਵੀਰ ਸਿੰਘ ਘੁੰਮਣ ਨਾਂ ਦਾ ਇੱਕ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਉਸ ਵੇਲੇ ਕਾਫੀ ਸੀਨੀਅਰ ਬੰਦਾ ਸੀਗਾ, ਅੰਦਰ ਰਹਿ ਗਿਆ ਸੀਗਾ ਜਦੋਂ ਹਮਲਾ ਹੋਇਆ, ਤੇ ਅੰਦਰ ਉਹਨਾਂ ਨੂੰ ਕੈਦੀ ਬਣਾ ਲਿਆ ਸੀਗਾ। ਉਹ ਪਿੱਛੇ ਜੇ ਜੁਝਾਰ ਸਿੰਘ ਜੀ ਨਾਲ ਸਿੱਖ ਨਜ਼ਰੀਆ ਚੈਨਲ ਤੇ ਉਹਦੀ ਇੰਟਰਵਿਊ ਆਉਂਦੀ ਆ, ਕਹਿੰਦਾ ਸਾਨੂੰ ਚੜਾਉਣ ਵਾਸਤੇ ਫੌਜੀ ਕੀ ਕਰਦੇ ਆ। ਇੱਕ ਬੰਦਾ ਨਹੀਂ ਹੁੰਦਾਗਾ, ਇੱਕ ਬੰਦਾ ਜਾਂ ਇੱਕ ਕੌਮ ਨਹੀਂ ਹੁੰਦੀਗੀ। ਇੱਕ ਕੌਮ ਆਪਦੇ ਲੋਕਾਂ ਦੇ ਚਰਿੱਤਰ ਨੂੰ ਪੇਸ਼ ਕਰਦੀ ਆ ਤੇ ਇੱਕ ਬੰਦਾ ਆਪਦੀ ਕੌਮ ਦੇ ਚਰਿੱਤਰ ਨੂੰ ਪੇਸ਼ ਕਰਦਾ ਹੈ। ਹੁਣ ਜਿਹੜੇ ਮੈਂ ਤੁਹਾਨੂੰ ਦਿਖਾਏ ਆ ਵੀ ਕੌਮ ਨੇ ਜਿਹੜੀ ਉਸ ਕਮਿਊਨਿਟੀ ਨੇ ਸਾਡੇ ਨਾਲ ਕੀ ਵਸਾਘਾਤ ਕੀਤਾ ਕੀ ਆ। ਜਿਹੜੇ ਜਸਵੀਰ ਸਿੰਘ ਘੁੰਮਣ ਜੀ ਕਹਿੰਦੇ ਨਾ ਇੱਕ ਮਾਤਾ ਹੈ, ਪਰ ਕਰਮਾਂ ਦੇ ਵਿੱਚ ਉਹ ਸ਼ਹੀਦ ਹੋ ਚੁੱਕੀ ਆ, ਮਰੀ ਵੀ ਆ। ਸੰਗਤੀ ਰੂਪ ਚ ਜਿਹੜੇ ਉੱਥੇ ਦਰਸ਼ਨਾਂ ਨੂੰ ਆਏ ਸੀ ਦਰਬਾਰ ਸਾਹਿਬ, ਪਰ ਕਰਮਾਂ ਚ ਉਸ ਮਾਤਾ ਦੀ ਮੌਤ ਹੋ ਜਾਂਦੀ ਆ। ਉਹਦਾ ਬੱਚਾ ਬਹੁਤ ਛੋਟਾ ਜਿਹਾ ਬੱਚਾ, 3 ਸਾਲ ਦੀ ਉਮਰ ਵੀ ਨਹੀਂ, ਉਹ ਦੁੱਧ ਚੁੰਘਦਾ ਬੱਚਾ ਹੈ। ਇੱਕ ਫੌਜੀ ਆਉਂਦਾ ਆ, ਉਹਨਾਂ ਦਾ ਚਰਿੱਤਰ ਆ, ਸਾਡਾ 500 ਸਾਲ ਦਾ ਇਤਿਹਾਸ ਗਵਾਹ ਹੈ ਅਸੀਂ ਕਿਵੇਂ ਲੜੇ ਆ ਤੇ ਸਾਡਾ ਚਰਿੱਤਰ ਕੀ ਆ। ਉਹਨਾਂ ਦਾ ਚਰਿੱਤਰ ਆ ਕਿ ਇੱਕ ਮੋਈ ਮਾਂ ਦੇ ਜਿਸਮ ਚੋਂ ਲੱਤੋਂ ਫੜ ਕੇ ਇੱਕ ਬੱਚਾ ਐ ਚਲਾ ਕੇ ਅਸਮਾਨ ਵੱਲ ਸੁੱਟਿਆ ਜਾਂਦਾ, ਤੇ ਜਦੋਂ ਬੱਚਾ ਅਸਮਾਨ ਵੱਲ ਡਿੱਗਦਾ ਉਹਦੇ ਤੇ ਬਰਸਟ ਮਾਰਿਆ ਜਾਂਦਾ, ਤੇ ਉਹ ਬੱਚਾ ਸਾਡੇ ਪਾਕ ਪਵਿੱਤਰ ਸਥਾਨ ਤੇ ਸ਼ਹੀਦ ਹੁੰਦਾ। ਆ ਚਰਿੱਤਰ ਆ ਬੇਪਰਵਾਦੀਆਂ ਨੇ ਸਾਨੂੰ ਦਿੱਤਾ ਹੈ। ਇੱਕ ਮਾਤਾ ਜਸਵੀਰ ਕੌਰ ਆ, ਉਹਨੇ ਆਪਦਾ ਸਾਰਾ ਪਰਿਵਾਰ ਸ਼ਹੀਦ ਕਰਾਇਆ। ਘੱਟੋ ਘੱਟ ਮੇਰੇ ਖਿਆਲ ਚ ਜਿਹੜੇ ਉੱਥੇ ਸੇਵਾ ਹੀ ਕਰਦੇ ਰਹਿੰਦੇ ਆ ਸਾਰੀ ਦਿਹਾੜੀ, ਮਤਲਬ ਉਹ ਤੇ ਉਹਨਾਂ ਦੇ ਕੁਝ ਸਿੰਘ ਉਹ ਸੇਵਾ ਹੀ ਕਰਦੇ ਰਹਿੰਦੇ ਉੱਥੇ ਦਰਬਾਰ ਸਾਹਿਬ ਚ। ਜ਼ਿਆਦਾ ਨਹੀਂ ਤਾਂ ਮੇਰੇ ਖਿਆਲ ਚ ਉਹਨਾਂ ਨੇ 8-10 ਸ਼ਹਾਦਤਾਂ ਉਹਨਾਂ ਦੇ ਪਰਿਵਾਰ ਦੇ ਨਸੀਬ ਚ ਆਈਆਂ, ਉਹਨਾਂ ਦੇ ਪਰਿਵਾਰ ਨੂੰ ਮਿਲੀਆਂ। ਕਹਿੰਦੇ ਨਾ ਜਦੋਂ ਸਾਨੂੰ ਅੰਦਰ ਤਾੜ ਲਿਆ ਫੌਜ ਨੇ, ਕਹਿੰਦੇ ਫੇਰ ਨਾ ਸਾਨੂੰ ਔਰਤਾਂ ਦੇ ਵੀ ਮਰਦਾਂ ਦੇ ਵੀ ਜਿਹੜੀਆਂ ਫੌਜ ਆ ਠੁੱਡੇ ਮਾਰਦੀ ਆ, ਤੇ ਠੁੱਡੇ ਮਾਰ ਕੇ ਕਹਿੰਦੀ ਪਤਾ ਕੀ ਆ, ਲੜੋ ਹੁਣ, ਲੜਦੇ ਕਾਹਤੋਂ ਨਹੀਂ ਗਏ, ਲੜੋ ਹੁਣ, ਲੜਦੇ ਕਾਹਤੋਂ ਨਹੀਂ ਗਏ। ਐਂ ਫੌਜ ਜਿਹੜੀ ਆ ਚੜਾਉਂਦੀ ਆ ਅੰਦਰ ਸਿੱਖਾਂ ਨੂੰ। ਜਸਵੀਰ ਸਿੰਘ ਤੇ ਇੱਕ ਰਣਧੀਰ ਸਿੰਘ ਹੈ ਉੱਥੇ ਕਿਤੇ ਪੁਰਾਣੇ ਜਿਹੜਾ ਹੈਗਾ ਸਿੰਘ ਦੇ ਉਹ ਮਤਲਬ ਬੇਟੇ ਆ, ਉਹ ਵੀ ਨਾਲ ਸੀ। ਉਹਨਾਂ ਨੇ ਦੱਸਿਆ ਕਿ ਕਹਿੰਦਾ 36 ਘੰਟੇ ਸਾਨੂੰ
36 ਘੰਟੇ ਅੰਦਰ ਤਾੜੀ ਰੱਖਿਆ। ਤੇ ਜਿਹੜੀ ਤਾਰ ਸੀਗੀ ਕਿਸੇ ਕਿਸਮ ਦੀ ਕੰਡਿਆਲੀ ਤਾਰ, ਉਹਦੇ ਨਾਲ ਸਾਨੂੰ ਬੰਨਿਆ। ਸਾਡੇ ਹੱਥ ਵੀ ਪਿੱਛੇ ਉਹਦੇ ਨਾਲ ਬੰਨੇ ਸੀ, ਸਾਡੀਆਂ ਦੇਹਾਂ ਵੀ ਉਹਦੇ ਨਾਲ ਬੰਨੀਆਂ ਸੀ। 36 ਘੰਟੇ ਬੰਨੀ ਰੱਖਿਆ, ਕੁਛ ਖਵਾਇਆ ਨਹੀਂ ਪਿਆਇਆ ਨਹੀਂ, ਧੁੱਪ 'ਚ ਅਸੀਂ ਬੰਨੀ ਰੱਖਿਆ। ਤੇ ਸਾਡੇ ਸਾਹਮਣੇ ਸਾਨੂੰ ਦਿਖਾਉਣ ਨੂੰ ਰੱਖਿਆ ਕੀ ਸੀਗਾ? ਲੋਥਾਂ ਦੇ ਵੱਡੇ ਵੱਡੇ ਢੇਰ ਸੀਗੇ। ਤੇ ਮੀਡੀਆ ਝੂਠ ਪ੍ਰਚਾਰ ਕਰਦਾ ਰਿਹਾ ਸਾਰਾ। ਇੱਕੋ ਗੱਲ ਦੱਸਦੇ ਆ, ਕਹਿੰਦੇ ਨਾ ਵੀ ਸਾਨੂੰ ਇੱਕ ਕਮਰੇ 'ਚ ਤਾੜਤਾ, ਉਸ ਕਮਰੇ 'ਚ ਬਰੂਦ ਪਿਆ ਸੀਗਾ। ਤੇ ਬਰੂਦ ਦੀ ਬਹੁਤ ਜਿਹੜੀ ਦੁਰਗੰਧ ਮਾੜੀ ਸੀਗੀ, ਉਹਦੀ ਜਿਹੜੀ ਸਮੈਲ ਸਾਨੂੰ ਚੜ੍ਹਦੀ ਸੀ, ਸਾਡਾ ਸਾਹ ਘੁੱਟਦਾ ਸੀ ਸਾਡੇ ਤੋਂ। 36 ਕੇ 35 ਬੰਦੇ ਇੱਕ ਛੋਟੇ ਜਿਹੇ ਮਤਲਬ 10 ਬਾਈ 15 ਜਾਂ ਐਡੇ ਜਿੱਡੇ ਕੋਥੇ ਕਮਰੇ ਆ, ਉਹਨਾਂ 'ਚ ਤਾੜੇ ਵੇ ਸੀਗੇ। ਉਹਨਾਂ ਨੇ ਕਿਹਾ ਵੀ ਘੱਟੋ ਘੱਟ ਅਸੀਂ ਸਾਨੂੰ ਸਾਹ ਤਾਂ ਚਾਹੀਦਾ ਸਾਨੂੰ ਜਿਉਣ ਵਾਸਤੇ। ਉਹਨਾਂ ਨੇ ਇੱਕ ਸ਼ੀਸ਼ਾ ਤੋੜਤਾ ਰੋਸ਼ਨਦਾਨ ਦਾ। ਜਦੋਂ ਉਹਨਾਂ ਨੂੰ ਪਤਾ ਲੱਗਾ, ਖੜਕਾ ਹੋਇਆ ਨਾ ਵੀ ਚਲੋ ਹਵਾ ਤਾਂ ਅੰਦਰ ਆਵੇ, ਸ਼ੀਸ਼ਾ ਟੁੱਟੇ ਵੀ ਸਾਨੂੰ ਸਾਹ ਲੈਣ ਜੋਗੀ ਹਵਾ ਮਿਲੇ। ਉਹ ਕਹਿੰਦੇ ਤੁਹਾਨੂੰ ਸਾਹ ਚਾਹੀਦਾ, ਆ ਜਾਓ ਤੁਹਾਨੂੰ ਸਾਹ ਦਿੰਨੇ ਆ। ਉਸ ਟੁੱਟੇ ਵੇ ਸ਼ੀਸ਼ੇ ਦੇ ਵਿੱਚ ਦੀ ਬਰਸਟ ਮਾਰਿਆ ਇੱਕ ਫੌਜੀ ਨੇ, ਤੇ ਅੱਧੇ ਤੋਂ ਵੱਧ ਜਿਹੜਾ ਹੈਗਾ ਉੱਥੇ ਸੰਗਤ 35-36 ਬੰਦੇ ਸੀ, ਅੱਧੇ ਤੋਂ ਵੱਧ ਸੰਗਤ ਜਿਹੜੀ ਆ ਉੱਥੇ ਸ਼ਹੀਦ ਹੋ ਜਾਂਦੀ ਆ। ਤੇ ਐਂ ਜਿਹੜੀਆਂ ਹੈਗੀਆਂ ਸਾਰੇ ਕਮਰਿਆਂ ਦੇ ਵਿੱਚ ਜਾ ਜਾ ਕੇ ਜਿਹੜੇ ਹੈਗੇ ਆ ਸਿੱਧੇ ਬਰਸਟ ਮਾਰੇ ਜਾਂਦੇ ਆ ਤੇ ਬੰਦੇ ਮਾਰੇ ਜਾਂਦੇ ਆ। ਪਰ ਮੈਂ ਇੱਕ ਗੱਲ ਕਹਿਣਾ, ਜਿਹੜੀ ਮੈਂ ਪਹਿਲਾਂ ਕਹੀ ਸੀ, ਮੈਂ ਵੀ ਭਾਵੁਕ ਹੁੰਨਾ, ਸਾਰੀਆਂ ਭਾਵੁਕ ਹੁੰਦੀਆਂ, ਪਰ ਤੁਹਾਡੇ ਜਿਹੜੇ ਬੋਲ ਹੈਗੇ ਆ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਸਾਨੂੰ ਵੜਦਾ ਅਸੀਂ ਦੂਣ ਸਵਾਏ ਹੋਏ। ਖਾਲਸਾ ਹਰਿੰਦਰ ਸਿੰਘ ਮਹਿਬੂਬ ਕਹਿੰਦੇ ਆ, ਸਾਰੇ ਦਾ ਸਾਰਾ ਖਾਲਸਾ ਪੰਥ ਸ਼ਹੀਦੀ ਪਾ ਜੇ। ਸਾਰੇ ਦੇ ਸਾਰੇ ਸਿੱਖ ਵੀ ਜੇ ਸ਼ਹੀਦ ਹੋ ਜਾਣ, ਤੁਹਾਡਾ ਆਪਦੇ ਗੁਰੂ 'ਚ ਵਿਸ਼ਵਾਸ ਆ, ਤੁਸੀਂ ਮਰ ਨਹੀਂ ਸਕਦੇ। ਤੁਸੀਂ ਸਿਵੇ ਦੀ ਖਾਕ 'ਚੋਂ ਕੁੱਕਨ ਸੰਗੋਂ ਦੁਆਰੇ ਪੈਦਾ ਹੋ ਜਾਓਗੇ। ਬਹੁਤ ਸਾਡੀਆਂ ਨਸਲ ਕੁਸ਼ੀਆਂ ਕੀਤੀਆਂ, ਬਹੁਤ ਅਸੀਂ ਘਲੂ ਘਰੇ 'ਚ ਝੱਲੇ, ਪਰ ਮੈਨੂੰ ਇੱਕ ਗੱਲ ਯਾਦ ਆ, ਮੈਨੂੰ ਇੱਕ ਗੱਲ ਪਤਾ ਹੈ। ਸੰਤ ਸਿੰਘ ਸੇਖੋਂ ਇੱਕ ਕਾਮਰੇਡ ਸੀ, ਪਰ ਉਹ ਬਾਅਦ 'ਚ ਸਿੱਖ ਬਣ ਗਿਆ ਸੀਗਾ। ਅਖੀਰ 'ਚ ਖਾਲਸਾ ਦੀ ਹਮਾਇਤ ਕਰਨ ਲੱਗ ਗਿਆ ਸੀ। ਉਹਨੇ ਇਹ ਗੱਲ ਕਹੀ ਸੀਗੀ, ਅੱਕੇ ਵੇ ਨੇ ਸਟੇਟ ਤੋਂ। ਉਹਨੇ ਦੇਖ ਲਿਆ ਸੀ ਨਾ ਪਹਿਲਾਂ, ਉਹ ਕਹਿੰਦਾ ਮੈਥੋਂ ਪਾਪ ਹੋ ਗਿਆ, ਮੈਂ ਇਸ ਸਟੇਟ ਦੀ ਕਾਮਰੇਡ ਹੋਣ ਦੇ ਨਾਤੇ ਮਦਦ ਕਰਦਾ ਰਿਹਾ। ਮੈਂ ਮੂਰਖ ਸੀ, ਕਹਿੰਦਾ ਮੈਨੂੰ ਪਤਾ ਨਹੀਂ ਸੀ। ਜਦੋਂ ਮੈਨੂੰ ਸੁਰਤ ਆਈ, ਕਹਿੰਦਾ ਉਦੋਂ ਪਤਾ ਲੱਗਾ ਅਸਲ ਜਿਹੜੀ ਮੁਕਤੀ ਆ ਉਹ ਗੁਰੂ ਸਾਹਿਬ ਦੇ ਰਾਜ 'ਚ ਹੀ ਆ, ਗੁਰੂ ਸਾਹਿਬ ਦੇ ਚਰਨਾਂ 'ਚ ਹੀ ਆ। ਉਹ ਫਿਰ ਇੱਕ ਗੱਲ ਕਹਿੰਦਾ, ਜਿਹੜੇ ਕਹਿੰਦੇ ਨਾ ਵੀ ਅਸੀਂ ਮਰ ਜਾਾਂਗੇ, ਇਹ ਇੱਕ ਸੋਗੀ ਚਿੰਤਨ ਜਿਹਾ ਚੱਲ ਰਿਹਾ ਹੈ। ਨਾ ਅੱਜ ਨਾ ਕੱਲ ਨਾ ਜਿੰਨਾ ਚਿਰ ਤਾਈਂ ਇਹ ਧਰਤ ਆਕਾਸ਼ ਆ, ਖਾਲਸਾ ਕੌਮ ਇੱਥੇ ਹੀ ਰਹੂਗੀ, ਰਾਜ ਭਾਗ ਭੋਗੂਗੀ। ਤੁਸੀਂ ਮਰ ਨਹੀਂ ਸਕਦੇ। ਪਰ ਇੱਕ ਸ਼ਰਤ ਆ, ਜਿਹੜੀ ਸੰਤ ਸਿੰਘ ਸੇਖੋਂ ਕਹਿੰਦਾ ਹੈ, ਕਹਿੰਦਾ ਜਿੰਨਾ ਚਿਰ ਤਾਈਂ ਤੁਹਾਡੀਆਂ ਮਾਵਾਂ ਬਾਣੀ ਪੜ੍ਹਦੀਆਂ ਤੇ ਬਾਣੀ ਪੜ੍ਹਨ ਵਾਲੀਆਂ ਮਾਵਾਂ ਪੁੱਤ ਜੰਮਦੀਆਂ, ਉਹਨਾਂ ਚਿਹਰੇ ਪੁੱਤ ਬਾਗੀ ਹੁੰਦੇ ਰਹਿਣਗੇ ਤੇ ਆਪਦੇ ਹੱਕਾਂ ਵਾਸਤੇ ਲੜਦੇ ਰਹਿਣਗੇ। ਇਹ ਮਰ ਨਹੀਂ ਸਕਦੇ। ਹੁਣ ਕੌਮ ਦੇ ਸਾਡੇ ਇਹ ਮੰਦੇ ਭਾਗ ਆ ਕਿ ਅਸੀਂ ਆਪਦੇ ਮਹਾਨ ਦਾਰਸ਼ਨਿਕਾਂ ਨੂੰ ਪਛਾਣ ਨਹੀਂ ਸਕੇ। ਅਸੀਂ ਪ੍ਰੋਫੈਸਰ ਪੂਰਨ ਸਿੰਘ ਨੂੰ ਪਛਾਣ ਨਹੀਂ ਸਕੇ। ਅਸੀਂ ਭਾਈ ਕਾਹਨ ਸਿੰਘ ਨਾਭਾ ਦੇ ਤੋਂ ਉਹ ਫਾਇਦਾ ਨਹੀਂ ਲੈ ਸਕੇ ਜਿਹੜੇ ਸਾਡੇ ਮਹਾਨ ਦਾਰਸ਼ਨਿਕ ਸੀ। ਸਾਡੇ ਦੇਖਦਿਆਂ ਅੱਜ ਤੋਂ 8-7 ਸਾਲ ਪਹਿਲਾਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਚੜ੍ਹਾਈ ਕਰ ਗਏ। ਉਸ ਦਰਵੇਸ਼ ਚਿੰਤਕ ਨੇ ਜਿਹੜੀ ਗੱਲ ਕਹੀ ਆ ਵੀ ਤੁਸੀਂ ਜਿਉਣਾ ਕਿਵੇਂ ਆ, ਜਾਂ ਤੁਸੀਂ ਮਰ ਸਕਦੇ ਕਿ ਨਹੀਂ ਮਰ ਸਕਦੇ, ਇਹ ਸਰਕਾਰਾਂ ਦਾ ਭਰਮ ਆ, ਤੁਸੀਂ ਮਰ ਜਾਓਗੇ। ਆ ਉਹਦੀ ਇੱਕ ਲਾਈਨ, ਜਿਹੜੇ ਉਹ ਇੰਨੇ ਊਰਜਾ ਵਾਲਾ ਉਹਨਾਂ ਦਾ ਜਿਹੜਾ ਮਤਲਬ ਵਾਰਤਕ ਆ, ਉਹਦੇ ਚੋਂ ਮੈਂ ਪੜ੍ਹ ਕੇ ਸੁਣਾਉਣਾ। ਮੌਤ ਦੀ ਮੰਝ ਧਾਰ ਵਿੱਚ ਪਹੁੰਚ ਕੇ ਆਪਣੀ ਫਤਿਹ ਦਾ ਅਤਲ ਬੇਲਾ ਰੂਪ ਵੇਖਣਾ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਜੋ ਗਏ ਹਨ ਉਹ ਮੁੜ ਆਉਣਗੇ, ਬਸ ਸੰਘਰਸ਼ਾਂ 'ਚ ਪਲੇ ਜੁਝਾਰੂ ਸਿਦਕ ਦੀ ਲੋੜ ਹੈ। ਸੰਤ ਜਰਨੈਲ ਸਿੰਘ ਜੀ ਜਦੋਂ ਗੁਰੂ ਕਾਲ ਦੀ ਕਿਹੜੀ ਰੂਹ ਆ, 14ਵੇਂ ਮੁਖੀ ਆ ਬਾਬਾ ਦੀਪ ਸਿੰਘ ਜੀ ਦੀ ਥਾਂ ਉਹ,
ਭਾਈ ਮਣੀ ਸਿੰਘ ਜੀ ਦੀ ਥਾਂ। ਤੁਸੀਂ ਮੈਂ ਦੇਖੋ ਮੇਰਾ ਮਿਸਟਿਸਿਜ਼ਮ ਤੇ ਸਟੱਡੀ ਆ, ਇਹਦੇ ਤੇ ਮੇਰੇ ਨਾਲ ਕਈਆਂ ਬੰਦਿਆਂ ਦੇ ਮਤਭੇਦ ਹੋ ਸਕਦੇ ਆ, ਪਰ ਸਾਡੇ ਧਰਮ ਰੂਹਾਂ ਨੂੰ ਮੰਨਦੇ ਆ। ਰੂਹਾਂ ਹੁੰਦੀਆਂ ਤੇ ਜਿੰਨਾ ਚਿਰ ਰੂਹਾਂ ਦੇ ਕਾਰਜ ਪੂਰੇ ਨਹੀਂ ਹੁੰਦੇ, ਰੂਹਾਂ ਆਉਂਦੀਆਂ ਰਹਿੰਦੀਆਂ। ਸੰਤ ਜਰਨੈਲ ਸਿੰਘ ਜੀ ਅਸਲ 'ਚ ਗੁਰੂ ਕਾਲ ਦੀ ਕੋਈ ਉਹ ਰੂਹ ਆ, ਜਾਂ ਜਦੋਂ ਨਾ ਅਸੀਂ ਖਾਲਸਾ ਪੰਥ ਦਾ ਇਤਿਹਾਸ ਪੜ੍ਹਦੇ ਆ, ਨਿਹੰਗ ਸਿੰਘ, ਮੈਂ ਬਹੁਤ ਸਤਿਕਾਰ ਆ ਗੁਰੂ ਦੀਆਂ ਲਾਡਲੀਆਂ ਫੌਜਾਂ, ਇਹਨਾਂ ਨੇ ਬਹੁਤ ਉਹ ਗ੍ਰੰਥ ਪੜ੍ਹੇ ਆ। ਉਹਨਾਂ 'ਚ ਲਿਖਿਆ ਗਿਆ ਇੱਕ ਤਾਂ ਗੁਰੂ ਮਾਨਿਓ ਗ੍ਰੰਥ, ਦੂਜਾ ਲਿਖਿਆ ਗਿਆ ਗੁਰੂ ਮਾਨਿਓ ਪੰਥ। ਪੰਥ ਦੇ ਵਿੱਚ ਵੀ ਗੁਰੂ ਹਾਜ਼ਰ ਆ। ਗੁਰੂ ਅਕਾਲ ਪੁਰਖ ਤੇ ਸੰਤ ਇੱਕ ਜੋਤ ਆ, ਇੱਕ ਰੂਹ ਆ। ਦੇਹਾਂ ਦੀਆਂ ਜਿਹੜੀਆਂ ਹੈਗੀਆਂ ਬੰਦਿਸ਼ਾਂ ਚੋਂ ਪਾਰ, ਦੇਹ ਦੀ ਵਲਗਣ ਤੋਂ ਪਾਰ, ਪੰਜ ਭੂਤਕ ਸਰੀਰ ਤੋਂ ਪਾਰ, ਅਸੀਂ ਇੱਕ ਰੂਹ ਆ, ਅਸੀਂ ਇੱਕ ਜੋਤ ਆ। ਉਹ ਜੋਤ ਸੰਤ ਜਰਨੈਲ ਸਿੰਘ ਦੇ ਰੂਪ ਚ ਲੜ ਰਹੀ ਆ। ਉਹ ਜੋਤ ਐਡੇ ਵੱਡੇ ਇੱਕ ਮੁਲਕ ਨੂੰ ਚੈਲੰਜ ਕਰ ਰਹੀ ਆ। ਉਹ 100 ਜੋਤਾਂ ਭੁਪਿੰਦਰ ਸਿੰਘ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਮੈਡਮ ਦਲੀਪ ਕੌਰ ਟਵਾਣਾ ਦਾ ਨਾਮ ਸੁਣਿਆ ਹੋਣਾ, ਨਾਵਲਕਾਰ ਲਿਖਦੇ ਆ, ਨਾਵਲ ਲਿਖਦੇ ਸੀਗੇ ਉਹ। ਉਹਨਾਂ ਦੇ ਘਰ ਵਾਲੇ ਆ, ਹਸਬੈਂਡ ਆ ਉਹਨਾਂ ਦੇ ਭੁਪਿੰਦਰ ਸਿੰਘ, ਪੜ੍ਹਦੇ ਬਹੁਤ ਜ਼ਿਆਦਾ ਸੀਗੇ। ਕਰਮਜੀਤ ਸਿੰਘ ਪੱਤਰਕਾਰ ਨਾਲ ਉਹਨਾਂ ਦੀ ਪੰਜਾਬੀ ਟ੍ਰਿਬਿਊਨ ਵਾਲਿਆਂ ਨਾਲ ਉਹਨਾਂ ਦੀ ਇੱਕ ਇੰਟਰਵਿਊ ਹੁੰਦੀ ਉਹਨਾਂ ਦਿਨਾਂ 'ਚ। ਕਹਿੰਦੇ ਉਹ 100 ਸੰਤ ਰੂਹਾਂ ਸੀਗੀਆਂ, ਉਹ 100 ਸੰਤ ਰੂਹਾਂ ਸੀਗੀਆਂ ਜਿਹੜੇ ਗੁਰੂ ਦੇ ਦਰ ਤੇ ਲੜ ਰਹੀਆਂ ਸੀ ਆਪਦੇ ਇਸ਼ਟ ਵਾਸਤੇ। ਮੈਂ ਕਹਿੰਦਾ ਬਹੁਤ ਅਰਦਾਸ ਕੀਤੀ, ਹੇ ਗੁਰੂ ਮੇਰੇ ਤੇ ਕਿਰਪਾ ਕਰ। ਭੁਪਿੰਦਰ ਸਿੰਘ ਕਹਿੰਦੇ, ਪ੍ਰੋਫੈਸਰ ਭੁਪਿੰਦਰ ਸਿੰਘ, ਕਿਤੇ ਮੈਂ ਵੀ ਉਹਨਾਂ ਸੰਤ ਰੂਹਾਂ ਦਾ ਭਾਗ ਹੋਵਾਂ, ਮੈਂ ਵੀ ਸਟੇਟ ਨਾਲ ਲੜਾਂ। ਐਂ ਜਿਹੜਾ ਹੈਗਾ ਕੌਮਾਂ ਦੇ ਚਰਿੱਤਰ ਪਰਖੇ ਗਏ ਆ। ਨਰੈਣ ਸਿੰਘ ਚੌੜਾ ਦੀ ਪੰਥਕ ਦਸਤਾਵੇਜ਼, ਕਰਮਜੀਤ ਸਿੰਘ ਤੇ ਨਰੈਣ ਸਿੰਘ ਚੌੜਾ ਦੀ ਪੰਥਕ ਦਸਤਾਵੇਜ਼ ਤੁਸੀਂ ਕਿਤਾਬ ਦੇਖੀ ਆ। ਇੱਕ ਗੋਰਾ ਹੈ, ਸੰਤਾਂ ਨੂੰ ਮਿਲਣ ਆਉਂਦਾ ਹੈ। ਸੰਤ ਕਹਿ ਦਿੰਦੇ ਵੀ ਮੈਂ ਨਹੀਂ ਮਿਲਣਾ, ਮਨ ਨਹੀਂ ਸੀਗਾ ਮਿਲਣ ਦਾ। ਗੋਰਾ ਫੇਰ ਵੀ ਖੁਸ਼ ਆ, ਕਹਿੰਦਾ ਕੋਈ ਗੱਲ ਨਹੀਂ, ਜਿਵੇਂ ਉਹਨਾਂ ਦਾ ਮਹਾਂਪੁਰਸ਼ਾਂ ਦਾ ਹੁਕਮ ਆ। ਨਰੈਣ ਸਿੰਘ ਤੇ ਕਰਮਜੀਤ ਸਿੰਘ ਕਹਿੰਦੇ ਸਾਨੂੰ ਲੱਗਾ ਵੀ ਇਹ ਕੋਈ ਪਹੁੰਚੀ ਰੂਹ ਆ, ਇਹ ਕੋਈ ਸਧਾਰਨ ਪੱਤਰਕਾਰ ਨਹੀਂਗਾ, ਇਹਨੂੰ ਮਿਲ ਗਏ। ਹੁਣ ਗੋਰਾ ਕਰਮਜੀਤ ਸਿੰਘ ਨੂੰ ਕਹਿੰਦਾ ਇਤਿਹਾਸ ਦੀ PhD ਸ਼ੁਰੂ ਕੀਤੀ ਸੀ, ਬਾਅਦ ਚੋਂ ਛੱਡ ਕੇ ਡਾਕਟਰ ਗੰਡਾ ਸਿੰਘ ਦੇ ਨਾਲ ਉਹ ਕੰਮ ਕਰਨਾ ਉਹਨਾਂ ਨੇ ਸ਼ੁਰੂ ਕੀਤਾ ਸੀ ਕਰਮਜੀਤ ਸਿੰਘ ਨੇ। ਗੋਰਾ ਇੱਕ PhD ਦੇ ਸਟੂਡੈਂਟ ਕਰਮਜੀਤ ਸਿੰਘ ਨੂੰ ਕਹਿੰਦਾ ਤੁਸੀਂ 18ਵੀਂ ਸਦੀ ਦੇ ਇਤਿਹਾਸ ਬਾਰੇ ਜਾਣੂ ਆ। ਕਰਮਜੀਤ ਸਿੰਘ ਕਹਿੰਦਾ ਪਤਾ ਨਹੀਂ ਕੀ ਪੁੱਛ ਲੈਣਾ। ਕਹਿੰਦਾ ਮੈਂ ਕਿਹਾ ਜੀ ਹਾਂਜੀ ਠੀਕ ਪੜ੍ਹਿਆ। ਸੰਤ ਜਰਨੈਲ ਸਿੰਘ ਜੀ ਉਦੋਂ ਦੇਹ ਰੂਪ ਚ ਹਾਜ਼ਰ ਆ ਦਰਬਾਰ ਸਾਹਿਬ ਚ, ਅਕਾਲ ਤਖਤ ਸਾਹਿਬ ਚ ਦੇਹ ਰੂਪ ਚ ਸੰਤ ਜਰਨੈਲ ਸਿੰਘ ਜੀ ਹਾਜ਼ਰ ਆ ਜਦੋਂ ਇਹ ਇੰਟਰਵਿਊ ਚੱਲ ਰਹੀ ਆ। ਗੋਰਾ ਉਹ ਕਹਿੰਦਾ ਜੀ ਠੀਕ 18ਵੀਂ ਸਦੀ ਦਾ ਇਤਿਹਾਸ ਪੜ੍ਹਿਆ ਕਰਮਜੀਤ ਸਿੰਘ ਕਹਿੰਦੇ। ਉਹ ਕਹਿੰਦੇ 18ਵੀਂ ਸਦੀ ਦੇ ਸਿੱਖਾਂ ਦਾ ਚਰਿੱਤਰ ਤਾਂ ਤੈਨੂੰ ਪਤਾ ਹੈ, 18ਵੀਂ ਸਦੀ ਦੇ ਸਿੱਖ ਕੌਣ ਸੀਗੇ ਤਾਂ ਤੈਨੂੰ ਪਤਾ ਹੈ? ਉਹ ਕਹਿੰਦਾ ਹਾਂਜੀ ਪਤਾ ਹੈ। ਕਹਿੰਦਾ ਫੇਰ ਤੁਸੀਂ ਇਸ ਭਰਮ ਚ ਨਾ ਰਿਹਾ ਜੇ ਕਿ ਇਹ 1947 ਚ ਪੈਦਾ ਹੋਈ ਰੂਹ ਆ ਸੰਤ ਜਰਨੈਲ ਸਿੰਘ। ਇਹ 18ਵੀਂ ਸਦੀ ਚ ਪੈਦਾ ਹੋਇਆ ਸਿੱਖ ਆ। ਸਮਝ ਹੁੰਦੀ ਸਾਡੇ ਲੋਕਾਂ ਦੀ, ਸਾਡੇ ਆ ਤਰਕਵਾਦੀ ਲਾਣੇ ਦੀ, ਕਾਮਰੇਡੀ ਲਾਣੇ ਦੀ ਸਮਝ ਆ ਜਿਹੜੀ ਸੰਤਾਂ ਬਾਰੇ ਜਿਹੜੇ ਢੰਗ ਨਾਲ ਸਮਝ ਰਹੀ ਹੈਗੀ ਆ ਸਮਝ ਹੁੰਦੀ, ਜਿਹੜੀਆਂ ਪਹੁੰਚੀਆਂ ਰੂਹਾਂ ਜਿਵੇਂ ਸਮਝਦੀਆਂ। ਗੋਰਾ ਕਹਿੰਦਾ ਇਹ 18ਵੀਂ ਸਦੀ ਦੀ ਰੂਹ ਆ, ਸੰਤ ਉੱਥੇ ਹੀ ਸੀ ਨੇੜੇ ਹੀ। ਕਹਿੰਦਾ ਇਹ 18ਵੀਂ ਸਦੀ ਦੀ ਰੂਹ ਆ, ਇਹ 18ਵੀਂ ਸਦੀ ਵਾਂਗੂ ਕੌਮ ਨੂੰ ਜਗਾਊਗੀ ਤੇ ਹੱਸ ਕੇ ਸ਼ਹੀਦੀ ਪਾਊਗੀ ਤੇ ਇਹਦੀ ਕੌਮ ਜਾਗੂਗੀ, ਇਹਦੀ ਕੌਮ ਨੇ ਗੁਲਾਮ ਨਹੀਂ ਰਹਿਣਾ। ਇਹ ਗੋਰਾ ਕਹਿੰਦਾ ਆ ਸੀਗੇ ਸੰਤ। ਜਿਹੜੀ ਬਰਾੜ ਦੀ ਕਿਤਾਬ ਵੀ ਆ 1000 ਕੁਫਰ ਤੋਲੇ, ਪਰ ਉਹਨਾਂ ਦੇ ਸੰਤ ਰੂਪ ਤੋਂ ਬਰਾੜ ਵੀ ਜਿਹੜਾ ਬਾਰੂਮਲ ਵਾਲਾ ਕਿੱਸਾ ਮੇਰੇ ਕੋਲੇ ਸਮਾਂ ਘੱਟ ਆ ਪੜ੍ਹਿਆ ਹੋਣਾ ਜਾਂ ਮੈਂ ਦੱਸ ਦੂੰਗਾ। ਜਿਹੜੀ ਇੱਕ ਕੈਂਸਰ ਦੇ ਬੱਚੇ ਤੇ ਕਿਰਪਾ ਹੁੰਦੀ ਆ ਸੰਤਾਂ ਦੇ ਕਹਿਣ ਨਾਲ, ਦਰਬਾਰ ਸਾਹਿਬ ਦੇ ਇਸ਼ਨਾਨ ਕਰਾ ਕੇ ਤੇ ਉੱਥੇ ਜਿਹੜਾ ਹੈਗਾ ਸਰੋਵਰ ਦੇ ਇਸ਼ਨਾਨ ਕਰਾ ਕੇ ਉੱਥੇ ਮਤਲਬ
ਅਖੰਡਪਾਲ ਸਾਹਿਬ ਜਿਹੜਾ ਹੈਗਾ ਬਾਣੀ ਸੁਣਨ ਨਾਲ ਇੱਕ ਬੱਚੇ ਦਾ, ਬਾਰੂ ਮੱਲ ਦੇ ਬੱਚੇ ਦਾ ਕੈਂਸਰ ਠੀਕ ਹੁੰਦਾ ਹੈ। ਇਹੋ ਜਿਹੀਆਂ ਹਜ਼ਾਰਾਂ ਉਦਾਹਰਨਾਂ ਹੈ ਜਿਹੜੇ ਆਪਣੇ ਦੁਸ਼ਮਣ ਦੇ ਰਹੇ ਆ ਸੰਤਾਂ ਦੇ, ਕਿ ਉਹ ਸੰਤ ਰੂਹ ਸੀਗੇ। ਤੇ ਗੱਲ ਸਿੱਧੀ ਸੀਗੀ, ਸੰਤਾਂ ਦਾ ਤੇ ਬਿਪਰਾਂ ਦੀ ਲੜਾਈ ਸੀਗੀ। ਬਿਪਰ ਨੇ ਆਪਦਾ ਹੱਥ ਕੰਡਾ ਹਰ ਵਰਤਿਆ, ਸੰਤਾਂ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ। ਪਰ ਜਿਹੜਾ ਹੈਗਾ ਰੱਬੀ ਰੂਹਾਂ ਨੂੰ, ਉਹਨਾਂ ਤੇ ਜਿੰਨਾ ਮਰਜ਼ੀ ਕੁਫਰ ਤੋਲ ਲੋ, ਜਿੰਨਾ ਮਰਜ਼ੀ ਚਿੱਕੜ ਸਿੱਟ ਲੋ। ਸਾਡਾ ਜਿਹੜਾ ਨਿਰਪੱਖ ਮੀਡੀਆ ਨਾ, ਜਿਹੜਾ ਆਪਦੇ ਆਪ ਨੂੰ ਨਿਰਪੱਖ ਕਹਾਉਂਦਾ ਹੈ, ਜਦੋਂ ਸਾਡੇ ਸ਼ਹੀਦ ਦੀਪ ਸਿੰਘ ਸਿੱਧੂ, ਸੰਦੀਪ ਸਿੱਧੂ ਨਾਲ ਇੱਕ ਬਰਖਾ ਦੱਤ ਦੀ ਇੰਟਰਵਿਊ ਹੁੰਦੀ ਆ, ਸਾਰਾ ਜ਼ੋਰ ਉਹਦਾ ਇਸੇ ਗੱਲ ਤੇ ਲੱਗਾ ਰਹਿੰਦਾ, ਇਸ ਕੁਫਰ ਤੋਲਣ ਤੇ। ਦੀਪ ਸਿੱਧੂ ਜੀ ਨੂੰ ਕਹਿੰਦੀ ਆ ਵੀ ਤੁਸੀਂ ਪਹਿਲਾਂ ਇਹ ਕਮਿਟ ਕਰੋ, ਇਹ ਮੰਨੋ ਵੀ ਸੰਤ ਅੱਤਵਾਦੀ ਸੀਗੇ। ਮੀਡੀਆ ਨੂੰ ਇੰਸਟਰਕਸ਼ਨ ਦਿੱਤੀ ਜਾਂਦੀ ਆ ਜਾਂ ਇੱਕ ਜ਼ਹਿਰ ਇੰਨੀ ਆ ਕਿ ਉਹ ਗੱਲ ਹੀ ਇੱਥੋਂ ਸ਼ੁਰੂ ਕਰਦੇ ਆ, ਸੰਤ ਅੱਤਵਾਦੀ ਸੀਗੇ, ਜਿਨ੍ਹਾਂ ਨੇ ਇਸ ਬਿਪਰਵਾਦੀ ਸਮਾਜ 'ਚ, ਇਸ ਮਿੱਥਾਂ 'ਚ ਵਿਸ਼ਵਾਸ ਕਰਨ ਵਾਲੇ ਬਿਪਰਵਾਦੀ ਦੇਹਾਂ 'ਚ ਉਹ ਸਮਰੱਥਾ ਹੈ ਨਹੀਂ ਕਿ ਉਹ ਸੰਤ ਦੇ ਤੇਜ ਨੂੰ ਸਿਆਣ ਸਕਣ, ਉਹ ਸੰਤ ਨੂੰ ਅਨੁਭਵ ਕਰ ਸਕਣ। ਇਸ ਜਿਹੜੀ ਗਲਤ ਇਨਫੋਰਮੇਸ਼ਨ ਚੋਂ, ਗਲਤ ਪਛਾਣ ਚੋਂ ਜਿਹੜਾ ਮਤਲਬ ਉਹਨਾਂ ਨੇ ਸੰਤਾਂ ਬਾਰੇ ਕੂੜ ਪ੍ਰਚਾਰ ਕੀਤਾ ਹੈ। ਜੋਇਸ ਪੈਟੀਗਰੂ ਇੱਕ ਰਾਈਟਰ ਆ, ਜਿਹੜੀਆਂ ਮੈਂ ਪਿੱਛੇ ਗੱਲਾਂ ਕਰਕੇ ਹਟਿਆ। ਉਹ ਕਹਿੰਦੀ ਨਾ, ਜਿਹੜੀਆਂ ਮੈਂ ਫੋਟੋਆਂ ਦਿਖਾਈਆਂ ਤੁਹਾਨੂੰ, ਉਹ ਕਹਿੰਦੀ ਆ ਇਸ ਪਦਾਰਥਵਾਦੀ ਯੁੱਗ 'ਚ ਬੰਦਾ ਕਿੰਨਾ ਕੁ ਗਰਕ ਸਕਦਾ ਹੈ ਤੇ ਬੰਦਾ ਕਿੰਨਾ ਕੁ ਜ਼ਾਲਮ ਹੋ ਸਕਦਾ ਹੈ, ਇਹਦੇ ਨਵੇਂ ਮਾਇਨੇ ਮੈਨੂੰ 1984 'ਚ ਸਮਝਣ ਨੂੰ ਮਿਲੇ ਆ। ਇੱਕ ਐਂਥਰੋਪੋਲੋਜੀ ਦੀ, ਸਾਈਕੋਲੋਜੀ ਦੀ, ਵੈਸਟ ਦੀ ਯੂਨੀਵਰਸਿਟੀ ਦੀ ਬਹੁਤ ਵੱਡੀ ਸਕਾਲਰ ਇਹ ਗੱਲ ਕਹਿੰਦੀ ਆ ਕਿ ਬੰਦਾ ਕਿੰਨਾ ਕੁ ਗਰਕ ਸਕਦਾ ਹੈ, ਜਾਂ ਭਾਰਤੀ ਸਮਾਜ ਕਿੰਨਾ ਕੁ ਗਰਕ ਸਕਦਾ ਹੈ। ਇਹਦਾ ਚਿੱਤਰ ਮੈਨੂੰ ਮੇਰੇ ਸਾਹਮਣੇ ਆਇਆ, ਮੈਨੂੰ ਦੇਖਣ ਨੂੰ ਮਿਲਿਆ। ਦੂਜਾ, ਉਹ ਕਹਿੰਦੀ ਜਦੋਂ ਸਿੱਖਾਂ ਤੇ ਇੰਨਾ ਜਿਹੜਾ ਤਸ਼ੱਦਦ ਹੁੰਦਾ ਹੈ, ਉਹ ਕਹਿੰਦੀ 1984 ਦੇ ਵਿੱਚ ਟਾਰਚਰ ਦੇ, ਜ਼ੁਲਮ ਦੇ ਨਵੇਂ ਮਾਇਨੇ ਸਥਾਪਿਤ ਹੋ ਗਏ। ਜਿਹੜਾ ਉਦੋਂ ਪਹਿਲਾਂ ਜ਼ੁਲਮ ਹੁੰਦਾ ਸੀਗਾ, ਉਦੋਂ ਪਹਿਲਾਂ ਟਾਰਚਰ ਹੁੰਦਾ ਸੀ, ਉਹ ਦੇਹ ਤੇ ਕਿਸੇ ਹੋਰ ਕਿਸਮ ਦਾ ਜ਼ੁਲਮ ਹੁੰਦਾ ਸੀਗਾ। ਜਿਹੜਾ ਆਹ ਜ਼ੁਲਮ ਆ, ਜਿਹੜਾ ਬਹੁਤ ਬਹੁਤ ਸ਼ਾਵੀ ਆ, ਬੜੀਆਂ ਤੁਹਾਨੂੰ ਮਾਨਸਿਕ ਤੌਰ ਤੇ, ਤੁਹਾਨੂੰ ਇਤਿਹਾਸਕ ਤੌਰ ਤੇ, ਤੁਹਾਨੂੰ ਦੇਹ ਦੇ ਰੂਪ 'ਚ ਤੁਹਾਨੂੰ ਮਾਰਿਆ ਜਾਂਦਾ ਹੈ। ਇਹ ਬਹੁਤ ਖਤਰਨਾਕ ਜ਼ੁਲਮ ਆ। ਤੇ ਇਹਨੂੰ ਉਹਨੇ ਕਿਹਾ ਸੀਗਾ ਵੀ ਇਸ ਟਾਰਚਰ ਦੇ ਰਾਹੀਂ, ਟਾਰਚਰ ਦੇ ਨਵੇਂ ਮਾਇਨੇ ਜਿਹੜੇ ਆ ਉਹ ਐਸਟੈਬਲਿਸ਼ ਹੋ ਗਏ। ਹੁਣ ਇੱਕ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ, ਮੈਨੂੰ ਮਾਫ ਕਰਿਆ ਜੇ ਕੋਈ ਕਿਸੇ ਨੂੰ ਮਹਿਸੂਸ ਨਾ ਹੋਵੇ ਮੈਂ ਜਿਹੜੀ ਗੱਲ ਕਹਿ ਰਿਹਾ, ਮੈਂ ਉਹਨਾਂ ਦਾ ਚਰਿੱਤਰ ਦਿਖਾ ਰਿਹਾ। ਮੀਡੀਆ ਰਾਹੀਂ ਉਹਨਾਂ ਤੋਂ ਹੀ ਜਾਵੇ ਗੱਲ ਇਹ ਵੀ ਤੁਹਾਡਾ ਚਰਿੱਤਰ। ਮੈਂ ਹਜ਼ਾਰਾਂ ਹਿੰਦੂ ਧਰਮ ਦੇ ਜਿਹੜੀਆਂ ਕਿਤਾਬਾਂ ਹੈ, ਸਨਾਤਨ ਮਤ ਦੀਆਂ ਕਿਤਾਬਾਂ ਦੇ ਹਵਾਲੇ ਦੇ ਕੇ ਦੱਸਾਂਗਾ, ਜਦੋਂ ਖੁੱਲਾ ਟਾਈਮ ਹੋਇਆ ਦੱਸਾਂਗਾ। ਜਾਂ ਜੇ ਤੁਸੀਂ ਇਹ ਸਮਝਦੇ ਆ ਵੀ ਉਹ ਸਾਡੇ ਤੋਂ ਨਹੀਂ ਸੀਗੇ, ਫਿਰ 40 ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਵੱਡੇ ਹਿੰਦੂ ਪੱਤਰਕਾਰ ਨੇ, ਕਿਸੇ ਲੀਡਰ ਨੇ, ਉਹਨਾਂ ਨੇ ਕੰਡੈਮ ਕਾਹਤੋਂ ਨਹੀਂ ਕੀਤਾ ਕਿ ਸਨਾਤਨੀ ਇਹੋ ਜਿਹਾ ਨਹੀਂ ਹੋ ਸਕਦਾ, ਬੇਪਰਵਾਦੀ ਹਿੰਦੂ ਇਹੋ ਜਿਹਾ ਨਹੀਂ ਹੋ ਸਕਦਾ। ਜਦੋਂ ਸਿੱਖ ਔਰਤਾਂ ਦੇ ਰੇਪ ਹੁੰਦੇ ਆ ਨਾ, ਸਿੱਖ ਔਰਤਾਂ ਦੇ ਰੇਪ ਕਰਕੇ ਇੱਥੇ ਜਿਹੜੀ ਜਦੋਂ ਫੌਜ ਦੇ ਹਵਾਲੇ ਪੰਜਾਬ ਕੀਤਾ ਗਿਆ, ਜਾਂ ਪੁਲਿਸ ਤੋਂ ਜਦੋਂ ਇਹ ਏਜੰਸੀਆਂ ਕਰਵਾਉਂਦੀਆਂ ਸੀਗੀਆਂ, ਇੱਕ ਬੁੱਚੜ ਜਿਹੜਾ ਨਾ, ਇੱਕ ਬੁੱਚੜ ਖਾਸ ਜਿਹੜਾ ਮਤਲਬ ਬਹੁਤ ਦਰਿੰਦਾ ਕਾਤਲ ਸੀਗਾ, ਉਹ ਤਾਂ ਸਿੱਖਾਂ ਨੂੰ ਚੜਾਉਣ ਵਾਸਤੇ ਇੱਕ ਗੱਲ ਵਾਰੀ-ਵਾਰੀ ਕਹਿੰਦਾ ਹੁੰਦਾ ਸੀ, ਮੈਂ ਤੁਹਾਡੀ ਨਸਲ ਬਦਲ ਦੂੰਗਾ, ਮੈਂ ਤੁਹਾਡੀ ਨਸਲ ਬਦਲ ਦੂੰਗਾ। ਸਾਡੇ ਰੇਪ ਕਰ ਕਰਕੇ ਸਾਨੂੰ ਆਹ ਗੱਲਾਂ ਸੁਣਾਈਆਂ ਜਾਂਦੀਆਂ ਸੀਗੀਆਂ। ਤੇ ਇਸ ਦੇਸ਼ ਦੇ ਮੱਥੇ ਤੇ ਕਲੰਕ ਆ, ਐਦੋਂ ਵੱਡਾ ਕਲੰਕ ਕਿਸੇ ਦੇਸ਼ ਦੇ ਮੱਥੇ ਤੇ ਹੋ ਨਹੀਂ ਸਕਦਾ ਵੀ ਇਸ ਦੇਸ਼ ਦੀ ਰਾਜਧਾਨੀ 'ਚ, ਜਿੱਥੇ ਸੱਚੇ ਪਾਤਸ਼ਾਹ ਨੇ ਕਿਸੇ ਧਰਮ ਨੂੰ ਬਚਾਉਣ ਵਾਸਤੇ ਸੀਸ ਦਿੱਤਾ ਹੋਵੇ, ਉੱਥੇ ਵਿਧਵਾ ਕਲੋਨੀ ਬਣੀ ਵੀ ਆ। ਤੇ ਉੱਥੇ ਵਿਧਵਾਵਾਂ ਨਾਲ ਵੱਡੇ ਵੱਡੇ ਸਰਕਾਰੀ ਜਿਹੜੇ ਅਹੁਦਿਆਂ ਤੇ ਲੋਕ ਰੇਪ ਕਰਨ ਜਾਂਦੇ ਸੀਗੇ। ਤੇ ਉੱਥੇ ਵੀ ਇਹ ਗੱਲਾਂ ਵੀ ਅਸੀਂ ਤੁਹਾਡੀ ਨਸਲ ਬਦਲਣੀ ਆ,
ਸਾਡੀਆਂ ਨਸਲਾਂ ਭਾਈ ਤੁਹਾਡੇ ਤੋਂ ਨਹੀਂ ਬਦਲੀਆਂ ਜਾਣੀਆਂ। ਇਹ 10ਵੇਂ ਪਾਤਸ਼ਾਹ ਦਾ ਖੂਨ ਜਿਨ੍ਹਾਂ ਦੀਆਂ ਰਗਾਂ 'ਚ ਵਹਿੰਦਾ ਹੈਗਾ, ਉਹਨਾਂ ਦੀਆਂ ਨਸਲਾਂ ਨਹੀਂ ਬਦਲੀਆਂ ਜਾਣੀਆਂ। ਇਹ ਮੈਂਟੈਲਿਟੀ ਆ, ਇਹ ਚੀਜ਼ਾਂ ਸਿੱਧ ਕਰਦੀਆਂ। ਹਿੰਦੂ ਜਾਂ ਮੈਂ ਹਿੰਦੂ ਵੀ ਨਾ ਕਹਿ ਕੇ ਵਿਪਰਵਾਦੀ ਭਗਵੇਂ ਜਿਹੜਾ ਵਿਪਰ ਦਾ, ਇਹ ਨਫ਼ਰਤ ਦੀ ਇੰਤਹਾ ਹੈ ਜਿਹੜੀਆਂ ਉਹ ਗੱਲਾਂ ਕਰ ਰਿਹਾ ਹੈਗਾ ਕਿ ਅਸੀਂ ਤੁਹਾਡੀਆਂ ਨਸਲਾਂ ਬਦਲਣੀਆਂ। ਆਹ ਚੀਜ਼ਾਂ ਅਸੀਂ ਵਾਪਰਦੀਆਂ ਦੇਖੀਆਂ। ਮਿਲਾਨ ਜੋਇਸ ਪੈਟੀਗਰਿਊ ਦੀ ਇੱਕ ਗੱਲ ਹੋਰ ਆ, ਉਹ ਕਹਿੰਦੀ ਨਾ ਜਦੋਂ ਚੀਜ਼ਾਂ ਦੇ ਅਰਥ ਸਮਝੋ। ਮੇਰੇ ਕੋਲ ਇੰਨੇ ਕੁ ਪੁਆਇੰਟ ਆ, ਸਮੇਂ ਦੀ ਪਾਬੰਦੀ ਆ, ਮੈਨੂੰ ਦੱਸ ਦਿਆ ਜੇ ਜਿੰਨਾ ਕਿ ਇਸ ਲੈਕਚਰ 'ਚ ਗੱਲਾਂ ਕੀਤੀਆਂ ਜਾ ਸਕਦੀਆਂ, ਜਿੰਨੀ ਕਿ ਸਮੇਂ ਦੀ ਸੀਮਾ ਉਨੀਆਂ ਕੁ ਮੈਂ ਗੱਲਾਂ ਕਰਾਂਗਾ, ਬਾਕੀ ਕਦੇ ਫੇਰ ਸਹੀ। ਜੋਇਸ ਪੈਟੀਗਰਿਊ ਚੀਜ਼ਾਂ ਨੂੰ ਸਮਝੋ। ਜੋਇਸ ਪੈਟੀਗਰਿਊ ਕਹਿੰਦੀ ਆਮ ਸਿੱਖ ਇਹ ਸਮਝਦਾ ਹੈ ਵੀ ਦਰਬਾਰ ਸਾਹਿਬ ਤੇ ਫੌਜ ਜਿਹੜੀ ਆ ਉਹ ਸੰਤਾਂ ਨੂੰ ਸ਼ਹੀਦ ਕਰਨ ਵਾਸਤੇ ਆਈ ਸੀ। ਕਹਿੰਦੀ ਫੌਜ ਦਾ ਇਹ ਮੁੱਖ ਕਾਰਨ ਨਹੀਂ ਸੀਗਾ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ। ਠੀਕ ਆ, ਉਹ ਚਾਹੁੰਦੇ ਸੀ ਸੰਤ ਸ਼ਹੀਦ ਹੋਣ, ਉਹਨਾਂ ਦੀ ਬਹੁਤ ਇਹ ਚਿਰ ਤੋਂ ਇੱਛਾ ਸੀਗੀ, ਤੇ ਅਕਾਲੀ ਦਲ ਤੇ ਹੋਰ ਸਾਰੀਆਂ ਪਾਰਟੀਆਂ ਵੀ ਉਹਨਾਂ ਨੂੰ ਪੂਰਾ ਸਮਰਥਨ ਦੇ ਰਹੀਆਂ ਸੀਗੀਆਂ ਵੀ ਸੰਤਾਂ ਨੂੰ ਸ਼ਹੀਦ ਕਰੋ। ਪਰ ਜੋਇਸ ਪੈਟੀਗਰਿਊ ਇਦੋਂ ਗਾਂਹ ਲੰਘਦੀ ਆ, ਵੈਸਟ ਦੀ ਇੱਕ ਐਂਥਰੋਪੋਲੋਜਿਸਟ। ਉਹ ਕਹਿੰਦੀ ਦਰਬਾਰ ਸਾਹਿਬ ਤੇ ਹਮਲਾ ਸਿੱਖ ਇਤਿਹਾਸ ਨੂੰ ਨੇਸਤੋ ਨਾਬੂਦ ਕਰਨ ਵਾਸਤੇ ਕੀਤਾ ਗਿਆ ਸੀ, ਸਿੱਖ ਯਾਦ ਨੂੰ ਨੇਸਤੋ ਨਾਬੂਦ ਕਰਨ ਵਾਸਤੇ ਕੀਤਾ ਗਿਆ ਸੀ। ਕੋਈ ਐਸਾ ਕਰਨਾ ਚਾਹੁੰਦੇ ਸੀ ਕਿ ਸਿੱਖ ਸ਼ਰਮ ਨਾਲ ਸਿਰ ਨਾ ਚੱਕ ਸਕਣ। ਜਦੋਂ ਬਰਾੜ ਕਹਿੰਦਾ ਹੈ ਨਾ ਵੀ ਜਦੋਂ ਵੱਡੇ ਵੱਡੇ ਟੈਂਕਾਂ ਤੇ ਤੋਪਾਂ ਦੇ ਗੋਲੇ ਡਗਦੇ ਆ, ਮੈਂ ਫੇਰ ਹਜ਼ੂਰੀ 'ਚ ਮੈਨੂੰ ਉਹਦੇ ਉਹ ਜਿਹੜੇ ਮਾੜੇ ਸ਼ਬਦ ਵਰਤਣੇ ਪੈਂਦੇ ਆ। ਉਹ ਜਿਹੜਾ ਮਤਲਬ ਗੁਰਦੇਵ ਸਿੰਘ ਜਿਹੜਾ ਉੱਥੋਂ ਦਾ ਡੀਸੀ ਸੀਗਾ, ਉਹਨਾਂ ਨੂੰ ਕਹਿੰਦਾ ਨਾ ਵੀ ਜਦੋਂ ਟੈਂਕਾਂ ਤੇ ਤੋਪਾਂ ਦੇ ਗੋਲੇ ਦਗਦੇ ਆ ਉਦੋਂ ਵੱਡਿਆਂ ਵੱਡਿਆਂ ਦਾ ਪਿਸ਼ਾਬ ਨਿਕਲ ਜਾਂਦਾ ਹੈ। ਉਹਨਾਂ ਦਾ ਭੁਲੇਖਾ ਦੂਰ ਹੋ ਗਿਆ, ਉਹਨਾਂ ਦਾ ਭੁਲੇਖਾ ਦੂਰ ਹੋ ਗਿਆ। ਗੁਰਦੇਵ ਸਿੰਘ ਫੋਨ ਕਰਦਾ ਹੈ ਜਰਨਲ ਬਰਾੜ ਨੂੰ, ਤੇ ਜਿਹੜੀ ਇਹਦੀ ਪਹਿਲੀ ਇੰਟਰਵਿਊ ਹੈ ਨਾ, ਉਹ ਇੰਟਰਵਿਊ 'ਚ ਐਂ ਕੰਬੀ ਜਾਂਦਾ ਬਰਾੜ। ਗੁਰਦੇਵ ਸਿੰਘ ਕਹਿੰਦਾ ਹੁਣ ਦੱਸੋ ਜੀ, ਕੰਬਦੇ ਤੁਸੀਂ ਆ ਕਿ ਉਹ ਜੁਝਾਰੂ ਕਿਹੜੀ ਸ਼ਹੀਦੀ ਉਹਨਾਂ ਨੇ, ਕਿਹੜੇ ਢੰਗ ਨਾਲ ਉਹ ਲੜੇ ਆ। ਹੁਣ ਜੋਇਸ ਪੈਟੀਗਰਿਊ ਕਹਿੰਦੀ ਉਹਨਾਂ ਦਾ ਕੰਮ ਸੀ ਵੀ ਐਸਾ ਕੋਈ ਸਦਮਾ ਦਿਓ। ਇਹ ਆਪਦੇ ਇਤਿਹਾਸ ਤੇ ਮਾਣ ਕਰਦੇ, ਗੁਰੂ ਦੀ ਯਾਦ 'ਚ ਜਿਉਂਦੇ ਆ, ਬਾਣੀ ਪੜ੍ਹਦੇ ਆ ਤੇ ਮਰੇ ਵੇ ਜਿਉਂ ਪੈਂਦੇ ਹੈਗੇ। ਇਹਨਾਂ ਨੂੰ ਕੋਈ ਛੋਟੀ ਜੀ ਗੱਲ ਸੁਣਨ ਨੂੰ ਮਿਲਦੀ ਹੈਗੀ ਆ, ਤੇ ਇਹ ਮਤਲਬ ਤੁਸੀਂ ਨਾ 10ਵੇਂ ਪਾਤਸ਼ਾਹ ਦੇ ਸ਼ਬਦ ਆ, ਜਾਗੜਦਨ ਨਾਗੜਦਨ ਬਾਗੜਦਨ ਬਾਜੇ ਰੇ ਕਾਗੜਦਨ ਕਾਟੀ ਕਟਾਰੀ ਕੜਾਤੋਂ, ਆ ਸ਼ਬਦ ਆ ਵੀਰ ਜੀ ਜਿਹੜਾ ਹੈਗਾ ਇਹ ਕੀਰਤਨ ਕਰਦੇ ਆ। ਸਾਨੂੰ ਖੰਡੇ ਦੀਆਂ ਪਾਣਾ, ਸਾਨੂੰ ਯੁੱਧ ਦਾ ਨਸ਼ਾ ਚੜਦਾ ਹੈ ਤੇ ਸਾਨੂੰ ਖੰਡੇ ਖੜਕਦੇ ਸੁਣਦੇ ਹੈਗੇ ਆ। ਇਹ ਕੌਮਾਂ ਖਤਮ ਨਹੀਂ ਹੁੰਦੀਆਂ। ਪਰ ਉਹ ਚਾਹੁੰਦੇ ਸੀ, ਉਹਨਾਂ ਦਾ ਵਹਿਮ ਸੀ, ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਇੱਕ ਨਗਾਰੇ ਦੀ ਚੋਟ ਤੇ ਜਾਗਣ ਵਾਲੀ ਕੌਮ ਆ, ਇੱਕ ਨਗਾਰੇ ਦੀ ਚੋਟ ਤੇ ਇੱਕ ਗੁਰੂ ਦੇ ਨਾਦ ਨਾਲ ਇਹ ਜਿਉਂਦੀ ਹੋਣ ਵਾਲੀ ਕੌਮ ਹੈਗੀ ਆ। ਉਹਨਾਂ ਦਾ ਵਹਿਮ ਸੀਗਾ ਕਿ ਅਸੀਂ ਕੋਈ ਧੱਬਾ ਲਾਵਾਂਗੇ ਤੇ ਇਹ ਜਿਹੜੇ ਹੈਗੇ ਆ ਇਤਿਹਾਸ 'ਚ ਦੁਆਰੇ ਮਾਣ ਨਹੀਂ ਕਰਨ ਸਕਣਗੇ। ਉਹਨਾਂ ਨੂੰ ਐਂ ਸੀ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਸ਼ਾਇਦ ਹੱਥ ਖੜੇ ਕਰਕੇ ਬਾਹਰ ਆ ਜਾਣਗੇ, ਜਾਂ ਅਸੀਂ ਜਿਹੜਾ ਹੈਗਾ ਆਪਦੀ ਅਚੀਵ ਕਰ ਲਾਂਗੇ ਕੁਛ। ਤੇ ਉਹਨਾਂ ਨੂੰ ਜਿਹੜੀ ਐਡੀ ਕੁ ਵੱਡੀ ਇੰਡੀਅਨ ਫੌਜ ਜਿਹੜੀ ਆ ਮਿਲਟਰੀ ਆ, ਉਹਦੀਆਂ ਤਿੰਨੇ ਡਿਵੀਜ਼ਨ, ਜਲ ਸੈਨਾ, ਥਲ ਸੈਨਾ ਤੇ 에ਅਰ ਫੋਰਸ, ਤਿੰਨੇ ਹਮਲਾ ਕਰਦੀ ਆ। ਫਰਾਂਸ ਉਹਨੂੰ ਪੂਰੀ ਸਪੋਰਟ ਦਿੰਦਾ, ਫਰਾਂਸ ਉਹਨੂੰ ਹਥਿਆਰ ਦਿੰਦਾ, ਉਸ ਫੌਜ ਨੂੰ ਟੈਕਨੀਕਲ ਸਪੋਰਟ ਦਿੰਦਾ ਹੈਗਾ। ਕਾਮਰੇਡੀ ਦੇਸ਼ ਰੂਸ ਉਹ ਉਹਨਾਂ ਨੂੰ ਪੂਰੀ ਸਪੋਰਟ ਦਿੰਦਾ ਹੈ। ਤਿੰਨ ਮੁਲਕਾਂ ਦੀਆਂ ਫੌਜਾਂ ਲੜ ਰਹੀਆਂ ਭਾਈ 100 ਸਿੰਘਾਂ ਦੇ ਨਾਲ। ਆ ਸੀਗੀ ਅਸਾਮੀ ਇੱਕ ਜੰਗ, 100 ਸਿੰਘਾਂ ਦੇ ਨਾਲ ਤਿੰਨ ਮੁਲਕਾਂ ਦੀਆਂ ਫੌਜਾਂ ਲੜ ਰਹੀਆਂ। ਤੇ 4 ਦਿਨ ਜਿਹੜੇ ਆ ਨਾ, ਜਿਵੇਂ ਉਹ ਫੌਜਾਂ ਲੜੀਆਂ ਜਿਹੜੀਆਂ ਉਹ ਗੁਰੂ ਰੂਪ ਖਾਲਸਾ ਲੜਿਆ ਹੈ, 4 ਦਿਨ ਉਹਨਾਂ ਨੇ ਐਸੇ ਕੱਟੇ ਆ, ਐਸੀਆਂ ਜ਼ੋਰ ਦਿਖਾਏ ਆ ਕਿ ਜਿੰਨਾ ਤਾਈਂ ਇੰਡੀਅਨ ਸਟੇਟ ਰਹੂਗੀ, ਜਿੰਨਾ ਤਾਈਂ ਇਸ ਦੇਸ਼ 'ਚ ਬੇਪਰਵਾਦੀ ਹਿੰਦੂ ਰਹੂਗਾ, ਇਹ ਤਰਬਕ ਕੇ ਉੱਠਦਾ ਰਹੂਗਾ।
ਕਿ ਸਾਡੇ ਨਾਲ ਉਹਨਾਂ ਨੇ ਬਣਾਇਆ ਕੀ ਆ। ਉਹ ਮੈਂ ਤਾਂ ਹੀ ਕਹਿੰਦਾ ਉਹ ਦੇਹ ਦੇ ਹੱਡ ਮਿੱਟੀ ਦੇ ਮਾਸ ਦੇ ਪੁਤਲੇ ਨਹੀਂ ਸੀ, ਉਹ ਜੋਤ ਸਰੂਪ ਸੀਗੇ। ਜਦੋਂ ਫਿਰ ਸੰਤ ਰੂਹਾਂ ਲੜਦੀਆਂ, ਸੰਤ ਰੂਹਾਂ ਇਕੱਲੀਆਂ ਨਹੀਂ ਹੁੰਦੀਆਂ। ਇੱਕ ਕਥਾਕਾਰ ਨੇ ਕਿਹਾ, ਕਹਿੰਦਾ ਬਾਬਾ ਦੀਪ ਸਿੰਘ ਜੀ ਵੀ ਉੱਥੇ ਹੀ ਸੀਗੇ, ਰੂਹਾਂ ਵੀ ਲੜਦੀਆਂ। ਉਹ ਲੜੇ ਆ ਤੇ ਬੇਪਰ ਦੇ ਕੂੜ 'ਚ ਦਮ ਨਹੀਂਗਾ ਕਿ ਉਹ ਸੰਤ ਦੇ ਤੇਜ ਨੂੰ ਸਹਾਰ ਸਕੇ। 1984 ਤੇ ਮਾਣ ਕਰੋ, ਸੰਤ ਦੇ ਤੇਜ ਨੇ, ਸੰਤ ਦੇ ਪ੍ਰਕਾਸ਼ ਨੇ ਬੇਪਰ ਦੇ ਮੂੰਹ ਤੇ ਇੱਕ ਐਸੀ ਕਰਾਰੀ ਚਪੇੜ ਮਾਰੀ ਆ ਕਿ ਉਹਦੇ ਸਦਮੇ 'ਚੋਂ ਸਦਾ ਬੌਂਦਲਿਆ ਰਹੂਗਾ ਕਿ ਪਿਛਲੇ 40 ਸਾਲ 'ਚ ਅਸੀਂ ਵੇਖਦੇ ਆ ਵੀ ਉਹ ਬੌਂਦਲਿਆ ਪਿਆ। ਇੱਕ ਬਾਇਓਗ੍ਰਾਫੀ ਆ, ਮੈਂ 10 ਕਮੈਂਟ ਸ਼ਾਇਦ ਲਾਉਂਗਾ। ਇੱਕ ਬਾਇਓਗ੍ਰਾਫੀ ਆ ਇੰਦਰਾ ਦੀ, ਪਪਲ ਜੈਕਰ ਨੇ ਲਿਖੀ ਆ। ਇੱਕ ਸੋਨੀਆ ਦੀ ਬਾਇਓਗ੍ਰਾਫੀ ਆ, ਜੀਵਨੀਆਂ। ਇਹ ਦੋਨੇ ਪੜ੍ਹਨੀਆਂ ਚਾਹੀਦੀਆਂ। ਇਹਨਾਂ 'ਚ ਇਹਨਾਂ ਦਾ ਡਰ ਪਤਾ ਲੱਗਦਾ ਵੀ ਇਹ ਡਰੇ ਕਿਵੇਂ ਆ। ਜਿਹੜੀ ਇੰਦਰਾ ਵਾਲੀ ਬਾਇਓਗ੍ਰਾਫੀ ਆ ਨਾ, ਮੈਂ ਤੁਹਾਨੂੰ ਜਿੱਤ ਦੀ ਕਹਾਣੀ ਸੁਣਾਉਣਾ। ਮੈਂ ਤੁਹਾਨੂੰ ਸੰਤਾਂ ਦੀ ਜਾਂ ਉਹਨਾਂ ਸਿੰਘਾਂ ਦੀ ਜਿਹੜੀ ਉਹਨਾਂ ਨੇ ਕਰਾਮਾਤ ਵਰਤਾਈ ਆ, ਮੈਂ ਉਹ ਦੱਸਦਾ। ਇੰਦਰਾ ਕਹਿੰਦੀ ਆ ਪਪਲ ਜੈਕਰ ਨੂੰ, ਇਹ ਸਾਰੀ ਵਰਡਿੰਗ ਇੰਦਰਾ ਪੈਂਗੁਇਨ ਨੇ ਛਾਪੀ ਹੈਗੀ ਆ। ਇੰਦਰਾ ਗਾਂਧੀ ਕਿਤਾਬ ਦਾ ਨਾਂ ਹੈ, ਪਪਲ ਜੈਕਰ ਰਾਈਟਰ ਆ। ਉਹ ਕਹਿੰਦੀ ਨਾ, ਇੰਦਰਾ ਮੈਨੂੰ ਕਹਿੰਦੀ ਆ ਮੇਰੀ ਰਾਤਾਂ ਦੀ ਨੀਂਦ ਉੱਡ ਗਈ ਤੇ ਮੈਨੂੰ ਚੈਨ ਨਹੀਂ ਆਉਂਦੀ। ਇਹ ਬਹੁਤ ਜ਼ਿਆਦਾ ਕਲੋਜ਼ ਫਰੈਂਡ ਸੀ ਤੇ ਬਹੁਤ ਜ਼ਿਆਦਾ ਸਲਾਹ ਮਸ਼ਵਰੇ ਕਰਦੀ ਸੀਗੀ ਇਹਦੇ ਨਾਲ ਇੰਦਰਾ। ਲੰਬੀ ਕਹਾਣੀ ਮੈਂ ਤੁਹਾਨੂੰ ਉਨੀ ਕੁ ਸੁਣਾਉਣਾ। ਉਹ ਕਹਿੰਦੀ ਨਾ ਵੀ ਤੂੰ ਮੈਨੂੰ ਇਹ ਦੱਸ, ਇੰਦਰਾ ਨੂੰ ਕਹਿੰਦੀ ਵੀ ਵਾਪਰਿਆ ਕੀ ਆ, ਤੇਰੀ ਨੀਂਦ ਕਾਹਦੇ ਨਾਲ ਉੱਡ ਗਈ, ਤੂੰ ਬੇਚੈਨ ਕਾਹਦੀ ਗੱਲੋਂ ਆ। ਕਹਿੰਦੀ ਜਦੋਂ ਮੈਨੂੰ ਦਰਬਾਰ ਸਾਹਿਬ ਚਾਰੇ ਪਾਸੇ ਦਿਸੀ ਜਾਂਦਾ, ਉੱਥੇ ਜਿਹੜੀ ਹੌਲਨਾਕ ਜੰਗ ਹੋਈ ਆ, ਜਿਹੜੀ ਅਥਾਮੀ ਜੰਗ ਲੜੀ ਗਈ ਆ, ਜਿਹੜੇ ਉਹ ਸੂਰਮੇ ਲੜੇ ਆ, ਮੈਨੂੰ ਉਹ ਸਤਾਉਂਦੇ ਆ, ਮੈਥੋਂ ਸੌਂ ਨਹੀਂ ਹੁੰਦਾ। ਇੱਕ ਖਾਸ ਵਰਡ ਜਿਹੜੀ ਸੰਤਾਂ ਬਾਰੇ, ਮਾਣ ਕਰੋ ਤੁਸੀਂ, ਇਸ ਕੌਮ ਨੇ ਉਹ ਸੂਰਮਾ ਪੈਦਾ ਕੀਤਾ ਹੈ। ਸੰਤਾਂ ਬਾਰੇ ਇੱਕ ਖਾਸ ਵਰਡ, ਸੰਤਾਂ ਦਾ ਨਾਂ ਲਏ ਤੋਂ ਬਿਨਾ। ਉਹ ਔਰਤ ਜਿਹੜੀ ਬੋਲਦੀ ਆ, ਉਹ ਕਹਿੰਦੀ ਇੰਦਰਾ ਇਨਵਰਟਡ ਕਾਮਿਆਂ 'ਚ ਉਹ ਗੱਲ ਕਿ ਇੰਦਰਾ ਕਹਿੰਦੀ ਹੈਗੀ ਆ ਕਿ ਇੱਕ ਬੰਦਾ ਗੋਲ ਦਸਤਾਰੇ ਵਾਲਾ, ਸੰਤਾਂ ਦਾ ਉਹ ਚਿੱਤਰ ਖਿੱਚਦੀ ਆ, ਇੱਕ ਗੋਲ ਦਸਤਾਰੇ ਵਾਲਾ, ਨੀਲੇ ਗੋਲ ਦਸਤਾਰੇ ਵਾਲਾ ਤੇ ਦਾੜੀ ਵਾਲਾ ਬੰਦਾ ਮੇਰੀ ਹਿੱਕ ਤੇ ਹਰ ਰੋਜ਼ ਰਾਤ ਨੂੰ ਬਹਿੰਦਾ ਤੇ ਮੇਰਾ ਗਲ ਘੁੱਟਦਾ ਤੇ ਜਦੋਂ ਮੈਂ ਮਰਨ ਲੱਗਦੀ ਆ, ਮੇਰਾ ਸਾਹ ਘੁੱਟਣ ਲੱਗਦਾ, ਮੈਂ ਚੀਕ ਮਾਰ ਕੇ ਤਰਬਕ ਕੇ ਉੱਠਦੀ ਆ ਤੇ ਉਦੋਂ ਬਾਅਦ ਸਾਰੀ ਰਾਤ ਸੌਂ ਨਹੀਂ ਸਕਦੀ, ਤੜਫਦੀ ਫਿਰਦੀ ਰਹਿੰਦੀ ਆ। ਇੱਕ ਦੇਸ਼ ਦੀ ਪ੍ਰਧਾਨ ਮੰਤਰੀ ਹੋਵੇ, ਉਹਨੂੰ ਨੀਂਦ ਨਾ ਆਵੇ, ਉਹ ਤੜਫੇ ਰਾਤ ਨੂੰ, ਤੇ ਇੱਕ ਸੂਰਮਾ ਟੈਂਕਾਂ ਦੇ ਸਾਹਮਣੇ ਗਰਜ ਜੇ ਆ ਕੇ, ਟੈਂਕਾਂ ਦੇ ਸਾਹਮਣੇ ਆ ਕੇ ਲੜ ਕੇ ਅਕਾਲ ਤਖਤ ਸਾਹਿਬ ਦੇ ਪਵਿੱਤਰ ਨਿਸ਼ਾਨ ਸਾਹਿਬਾਂ 'ਚ ਸ਼ਹਾਦਤ ਪਾਵੇ। ਆ ਇਤਿਹਾਸ ਜੁਗੋ ਜੁਗ ਅਟਲ ਰਹੂਗਾ। ਇਹ ਇਤਿਹਾਸ ਤੇ ਅਸੀਂ ਸਦਾ ਮਾਣ ਕਰਦੇ ਰਵਾਂਗੇ। ਸੰਤ ਜਰਨੈਲ ਸਿੰਘ ਜੀ ਨੂੰ ਭੰਡਣ ਵਾਲੇ ਇੱਕ ਪ੍ਰਚਾਰ ਕਰਦੇ ਆ, ਬੜੇ ਕੂੜ ਪ੍ਰਚਾਰ ਹੋਏ ਆ। ਜਦੋਂ ਗੱਲ ਪਹੁੰਚ ਤੋਂ ਬਾਹਰ ਹੋ ਜੇ ਉਦੋਂ ਕੂੜ ਪ੍ਰਚਾਰ ਹੁੰਦੇ ਆ। ਪਰ ਮੈਂ ਆਈ ਵਿਟਨੈਸ ਨੂੰ ਮਿਲਿਆ, ਡੇ ਨਾਈਟ ਟੀਵੀ ਤੇ ਜਿਹੜੀਆਂ ਇੰਟਰਵਿਊਆਂ ਕਮਰ ਸੰਧੂ ਨੇ ਲਾਈਆਂ ਸੀ, ਉਹਦੇ 'ਚ ਕੁਛ ਆਈ ਵਿਟਨੈਸ ਆਏ ਵੀ ਸੀਗੇ। ਇੱਕ ਬਹੁਤ ਲੰਮੇ ਕੱਦ ਵਾਲਾ ਸੰਤਾਂ ਦੇ ਜਿਹੜਾ ਨਾਲ ਸਿੰਘ ਆ, ਤੇ ਉਹਨਾਂ ਕੋਲੇ ਰਾਈਫਲ ਵੀ ਆ ਤੇ ਵੱਡਾ ਸਾਰਾ ਸ਼ਸਤਰ ਆ ਉਹਦੇ ਕੋਲੇ। ਉਹ ਸਿੰਘ ਜੇ ਹੁਣ ਚੜਾਈ ਨਾ ਕਰ ਗਿਆ ਹੋਵੇ, ਉਹ ਸਿੰਘ ਜਿਉਂਦਾ ਸੀ ਡੇ ਨਾਈਟ ਦੇ। ਕਮਰ ਸੰਧੂ ਨੇ ਉਹਦੀ ਇੰਟਰਵਿਊ ਲਈ ਆ। ਸੰਤ ਜਰਨੈਲ ਸਿੰਘ ਜੀ, ਇਹ ਗੱਲਾਂ ਸੁਣੋ। ਸੰਤ ਜਰਨੈਲ ਸਿੰਘ ਜੀ ਸ਼ਾਹ ਅੰਦਰ ਕਹਿੰਦੇ ਇੱਕ ਗੋਲਾ ਵੱਜਦਾ। ਪਹਿਲਾਂ ਸੰਤ ਜਰਨੈਲ ਸਿੰਘ ਜੀ ਉਦੋਂ ਆਪਦਾ ਅਰਦਾਸ ਕਰਦੇ ਹੁੰਦੇ, ਅਰਦਾਸ ਕਰਕੇ ਯੁੱਧ 'ਚ ਆਉਣ ਦੀ ਤਿਆਰੀ 'ਚ ਆ। ਇੱਕ ਗੋਲਾ ਵੱਜਦਾ, ਇਹ ਚਾਂਦ ਜੋਸ਼ੀ ਮੈਥ ਐਂਡ ਰਿਐਲਿਟੀ 'ਚ ਲਿਖਦਾ ਤੇ ਦਰਵਾਜ਼ਾ ਖੁੱਲਦਾ ਹੈ। ਸੰਤ ਜਰਨੈਲ ਸਿੰਘ ਇੱਕ ਬਰਸਟ ਮਾਰਦੇ ਆ ਫਿਰ ਕਮਾਉਂ ਤੇ ਗੜਵਾਲ ਰੈਜੀਮੈਂਟ ਦੇ, ਤੇ ਉਹਨਾਂ ਦੇ 32 ਬੰਦੇ ਜਿਨ੍ਹਾਂ ਨੂੰ ਇਹ ਭੁਲੇਖਾ ਨਾ, ਮੈਂ ਤੁਹਾਨੂੰ ਕਿਤਾਬਾਂ ਦੱਸ ਕੇ ਸਬੂਤ ਦੇ ਰਿਹਾ ਕਿ ਸੰਤ ਜਰਨੈਲ ਸਿੰਘ ਮੈਦਾਨੇ ਜੰਗ 'ਚ ਲੜੇ ਆ, ਸ਼ਹੀਦੀ ਪਾਈ ਆ। 32 ਬੰਦੇ ਕਮਾਉਂ ਗੜਵਾਲ ਰੈਜੀਮੈਂਟ ਦੇ ਸੰਤ ਬਰਸਟ ਮਾਰ ਕੇ ਮਾਰਦੇ ਆ ਤੇ ਉੱਥੋਂ ਜਕਾਰਾ ਛੱਡ ਕੇ ਆਪਦੀ ਅਰਦਾਸ ਆਪ ਕਰਕੇ
ਸੰਤ ਤੇ ਸੰਤਾਂ ਦੇ ਨਾਲ ਦੇ ਸਿੰਘ ਬਾਹਰ ਆਉਂਦੇ ਆ, ਜਕਾਰਿਆਂ ਦੀ ਗੂੰਜ ਚ ਬਾਹਰ ਆਉਂਦੇ ਆ ਤੇ ਗੋਲੀਆਂ ਦਾ ਮੀਂਹ ਵਰਦਾ ਹੈ। ਤੇ ਉਦੋਂ ਬਾਅਦ ਫਿਰ ਲੋਥਾਂ ਹੀ ਲੋਥਾਂ ਜਿਹੜੀਆਂ ਹੈਗੀਆਂ ਫੌਜ ਦੀਆਂ ਉਹਨਾਂ ਦੇ ਸਾਹਮਣੇ ਆ, ਜਿਹੜੀਆਂ ਮਤਲਬ ਉਹ ਵਿਛ ਜਾਂਦੀਆਂ। ਤੇ ਜਿਵੇਂ ਉਹਨਾਂ ਦਾ ਇੱਕ ਮਤਲਬ ਉਹ ਸੰਤ ਦੇ ਤੇਜ ਤੋਂ ਇੰਨਾ ਡਰਦੇ ਆ ਕਿ ਪਤਾ ਨਹੀਂ ਕਿਹੜੀ ਰੂਹ ਆ, ਇਹਦੇ ਕੋਲੇ ਕੀ ਕਰਾਮਾਤ ਆ, ਉਹਦੇ ਨੇੜੇ ਨਹੀਂ ਆਉਂਦੇ। ਤੇ ਬਹੁਤ ਦੂਰੋਂ LMG ਨਾਲ ਬਰਸਤ ਮਾਰੇ ਜਾਂਦੇ ਆ, ਉਸ LMG ਦੇ ਬਰਸਤ ਨਾਲ ਸੰਤ ਸ਼ਹੀਦ ਹੁੰਦੇ ਆ। ਅਕਾਲ ਤਖਤ ਸਾਹਿਬ ਦੇ ਪਵਿੱਤਰ ਨਿਸ਼ਾਨ ਸਾਹਿਬਾਂ ਦੇ ਵਿਚਾਲੇ ਜਿੱਥੇ ਸੰਤਾਂ ਨੇ ਕਿਹਾ ਸੀ ਕਿ ਇੱਥੇ ਸ਼ਹਾਦਤ ਦੇਵਾਂਗਾ, ਪਹਿਲਾਂ ਦੱਸਿਆ ਸੀ, ਉੱਥੇ ਹੀ ਸ਼ਹਾਦਤ ਦਿੱਤੀ ਐ ਸੰਤ ਲੜੇ ਆ। ਜਰਨਲ ਸਬੇਗ ਸਿੰਘ ਜੀ ਇੱਕ ਦਿਨ ਪਹਿਲਾਂ ਸ਼ਹੀਦ ਹੁੰਦੇ ਹੈਗੇ ਆ। ਹੁਣ ਮੈਂ ਤੁਹਾਨੂੰ ਅਰਦਾਸ ਸੁਣਾਉਣੀ ਹੈ ਇੱਕ ਜਿਹੜੀ ਸੰਤ ਕਰਦੇ ਆ। ਅੰਦਰ ਬੰਦੇ ਤੋਂ ਬਾਅਦ ਚ ਉਹਦੀ ਅਰਦਾਸ ਹੁੰਦੀ ਆ, ਮਹਾਂਪੁਰਸ਼ ਸ਼ਬਦ ਦੀ ਅਰਦਾਸ ਆਪ ਕਰਦੇ ਆ। ਅਰਦਾਸ ਕਰਕੇ ਗੁਰੂ ਸਾਹਿਬ ਦੇ ਮੂਹਰੇ ਪੂਰੇ ਐਨ ਬਕਾਇਦਗੀ ਚ ਜਿਹੜੇ ਅਰਦਾਸ ਦੇ ਨਿਯਮ ਆ ਉਹਨਾਂ ਮੁਤਾਬਕ ਅਰਦਾਸ ਕਰਕੇ ਕਹਿੰਦੇ ਆ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਸੱਚੇ ਪਾਤਸ਼ਾਹ, ਤੇਰਾ ਘਰ ਢਹਿ ਗਿਆ ਹੈ, ਬਿਪਰਾਂ ਨੇ ਇਹ ਘਰ ਢਾਤਾ ਹੈ, ਮੇਰੇ ਸਿੰਘਾਂ ਚ ਨੂੰ ਬਖਸ਼ਿਸ਼ ਕਰੀ, ਇਹ ਆਪਦਾ ਤਖਤ ਦੁਬਾਰੇ ਬਣਾਉਣ, ਇਹ ਯੁਗੋ ਯੁਗ ਟੱਲ ਰਵੇ। ਇੱਕ ਅਰਦਾਸ ਹੋਰ ਕਰਦੇ ਆ ਨਾਲ ਹੀ, ਕਹਿੰਦੇ ਜਿੰਨਾ ਚਿਰ ਤਾਈਂ ਗੁਲਾਮੀ ਦਾ ਜੂੜਾ ਲੈਂਦਾ ਨਹੀਂ, ਇਹ ਘੜਾ ਟੁੱਟਦਾ ਨਹੀਂ ਤੇ ਅਸੀਂ ਆਜ਼ਾਦ ਨਹੀਂ ਹੁੰਦੇ। 5 ਸਿੰਘਾਂ ਦੇ ਉਹ ਨਾਂ ਲੈਂਦੇ ਆਪਦੀ ਅਰਦਾਸ 'ਚ। ਨਾਰਾਇਣ ਸਿੰਘ ਚੌੜਾ ਇਸ ਗੱਲ ਦੇ ਗਵਾਹ ਹੈ, ਹੋਰ ਵੀ ਸਿੰਘ ਗਵਾਹ ਹੈ। 18 ਸਿੰਘ ਦਾ, ਭਾਈ ਅਮਰੀਕ ਸਿੰਘ ਜੀ ਦਾ, ਜਰਨਲ ਸਬੇਗ ਸਿੰਘ ਜੀ ਦਾ, ਹੋਰ ਸਾਰੇ 5 ਸਿੰਘਾਂ ਦੇ ਉਹ ਨਾਂ ਲੈਂਦੇ ਆ ਤੇ ਨਾਂ ਲੈ ਕੇ ਕਹਿੰਦੇ ਆ, ਜਿੰਨਾ ਚਿਰ ਤਾਈਂ ਅਸੀਂ ਆਜ਼ਾਦ ਨਹੀਂ ਹੁੰਦੇ, ਅਸੀਂ ਵਾਰੀ-ਵਾਰੀ ਜਨਮ ਲੈਂਦੇ ਰਹੀਏ ਤੇ ਵਾਰੀ-ਵਾਰੀ ਜਨਮ ਲੈ ਕੇ ਸ਼ਹਾਦਤਾਂ ਪਾਉਂਦੇ ਰਹੀਏ। ਇਹ ਸੰਤ ਜਰਨੈਲ ਸਿੰਘ ਜੀ ਦੀ ਮੈਦਾਨੇ ਜੰਗ 'ਚ ਕੁੱਦਣ ਤੋਂ ਪਹਿਲਾਂ ਦੀ ਅਰਦਾਸ ਆ। ਹੁਣ 2 ਚੀਜ਼ਾਂ ਜਿਹੜੀਆਂ ਹੈਗੀਆਂ, ਜਦੋਂ ਦਰਬਾਰ ਸਾਹਿਬ ਜਾਂਦੇ ਆ ਨਾ, ਆ ਇੱਕ ਸਥਾਨ ਆ, ਤੁਸੀਂ ਦੇਖਿਆ ਹੋਣਾ, ਜਦੋਂ ਦਰਬਾਰ ਸਾਹਿਬ ਜਾਂਦੇ ਆ ਤੁਸੀਂ ਹੇਠਾਂ ਉਤਰਦੇ ਆ ਦਰਬਾਰ ਸਾਹਿਬ 'ਚ ਸਰੋਵਰ ਕੋਲੇ, ਜਦੋਂ ਅਸੀਂ ਮੱਥਾ ਟੇਕਦੇ ਪੌੜੀਆਂ ਤੋਂ ਉਤਰ ਕੇ ਅਸੀਂ ਹੇਠਾਂ ਉਤਰਦੇ ਆ ਨਾ, ਜਿਹੜਾ ਉਹ ਆਪਣਾ ਦਿਉੜੀ ਹੈਗੀ ਆ, ਪੌੜੀਆਂ ਹੇਠਾਂ ਨਹੀਂ ਉਤਰਨਾ, ਦਿਉੜੀ ਦੇ ਨਾਲ ਹੀ ਆ ਦੇਖੋ, ਆ ਜਿਹੜਾ ਹੈਗਾ ਜੰਗਲ ਹੈ, ਆ ਉਹ ਮੁਕੱਦਸ ਥਾਂ ਜਮਾਂ ਨਾਲ, ਜਿੱਥੋਂ ਅਸੀਂ ਉਹ ਬਰਾਂਡੇ 'ਚ ਖੜੇ ਆ, ਜਿੱਥੋਂ ਚਰਨ ਅਸੀਂ ਧੋ ਕੇ ਅੱਗੇ ਜਾਂਦੇ ਆ ਬਰਾਂਡੇ ਦੇ ਵਿੱਚ ਤੇ ਉਦੋਂ ਹੇਠਾਂ ਪੌੜੀਆਂ ਉਤਰਦੇ ਆ। ਉਸ ਦਿਉੜੀ 'ਚ, ਉਸ ਬਰਾਂਡੇ 'ਚ ਜਿਹੜਾ ਜੰਗਲਾ ਲੱਗਾ, ਉੱਥੇ ਸੰਤ ਜਰਨੈਲ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਪਾਕ ਦੇ ਉੱਥੇ ਰੱਖੀ ਜਾਂਦੀ ਆ। ਉਹਨੂੰ ਨਤਮਸਤਕ ਹੋ ਉੱਥੇ ਉਸ ਮਹਾਨ ਸੂਰਮੇ ਨੂੰ ਰੱਖਿਆ ਗਿਆ। ਪਰ ਆ ਫੋਟੋ ਆ ਜਿਹੜੀ ਉਹ ਰੱਖੀ ਗਈ ਉਹਦੀ। ਤੇ ਪ੍ਰੋਫੈਸਰ ਪੂਰਨ ਸਿੰਘ ਜੀ ਨਾ ਬਹੁਤ ਵੱਡੇ ਦਾਰਸ਼ਨਿਕ ਅਧਿਆਤਮਕ ਚਿੰਤਕ ਆ। ਉਹ ਕਹਿੰਦੇ ਪੰਜਾਬ ਦੀ ਸਾਰੀ ਧਰਤੀ ਪੂਜਣਯੋਗ ਆ, ਪੰਜਾਬ ਦੀ ਧਰਤੀ ਦੇ ਕਣ ਕਣ ਨੇ, ਪੰਜਾਬ ਦੀ ਧਰਤੀ ਦੀਆਂ ਤਿੜਾਂ ਨੇ ਉਹਨਾਂ ਪਾਣੀ ਨਹੀਂ ਪੀਤਾ ਜਿੰਨਾ ਖਾਲਸੇ ਦਾ ਖੂਨ ਪਸੀਨਾ ਪੀ ਕੇ ਜਵਾਨ ਹੋਈ ਆ। ਇਸ ਕਰਕੇ ਇਸ ਧਰਤੀ ਦੀਆਂ ਤਿੜਾਂ 'ਚ ਖਾਲਸੇ ਦੇ ਅੰਸ਼ ਪਏ ਹੈਗੇ ਆ। ਜਿਵੇਂ ਹਰਿੰਦਰ ਸਿੰਘ ਮਹਿਬੂਬ ਕਹਿੰਦੇ ਆ ਨਾ, ਜੇ ਤੁਸੀਂ ਸਮੂਹਿਕ ਰੂਪ 'ਚ ਵੀ ਮਰ ਗਏ, ਜੇ ਤੁਸੀਂ ਖਾਕ ਹੋ ਗਏ, ਤੁਸੀਂ ਖਾਕ 'ਚੋਂ ਦੁਬਾਰੇ ਪੈਦਾ ਹੋਵੋਗੇ। ਇਹ ਕੌਮ ਮਰ ਨਹੀਂ ਸਕਦੀ। ਆਪਦੇ ਉਹ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਆ, ਕਹਿੰਦੇ ਦਰਬਾਰ ਸਾਹਿਬ ਜਦੋਂ ਤੁਸੀਂ ਜਾਂਦੇ ਆ ਦਰਸ਼ਨ ਕਰਨ, ਅਵੇਸਲੇ ਹੋ ਕੇ ਦਰਸ਼ਨ ਕਰਨ ਨਾ ਜਾਓ, ਛਿਣ ਛਿਣ ਗੁਰੂ ਦਾ ਨਾਮ ਧਿਆਓ, ਛਿਣ ਛਿਣ ਬਾਣੀ ਪੜੋ। ਇੱਕ ਇੱਕ ਸਿਲ ਦੇ ਥੱਲੇ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਵਰਡ ਆ, ਇੱਕ ਇੱਕ ਸਿਲ ਦੇ ਥੱਲੇ ਹਜ਼ਾਰਾਂ ਲੱਖਾਂ ਸਿੱਖਾਂ ਦੇ ਸੀਸ ਆ। ਇਹ ਉਹ ਪਵਿੱਤਰ ਮੁਕੱਦਸ ਥਾਂ ਹੈ ਜਿਹਦਾ ਸੰਗਮਰਮਰ ਸਾਡੇ ਖੂਨ ਨਾਲ ਲਾਇਆ ਗਿਆ। ਇਹ ਸਾਡੇ ਖੂਨ ਗਾਰੇ ਨਾਲ ਬਣੀ ਸਾਡੀ ਮੁਕੱਦਸ ਥਾਂ ਹੈ। ਉਸ ਥਾਂ ਨੂੰ ਨਤਮਸਤਕ ਹੋ, ਖਾਲਸਾ ਕਦੇ ਮਰ ਨਹੀਂ ਸਕਦਾ। ਇਹਨਾਂ ਨੇ ਭੰਗੀਆਂ ਨੂੰ, ਵਿਚਾਰੇ ਗਰੀਬਾਂ ਨੂੰ ਦਾਰੂ ਪਿਆਈ ਤੇ ਲੋਥਾਂ ਜਿੰਨਾ ਚੋਂ ਸੜਾਂਦ ਆਉਂਦੀ ਸੀਗੀ
ਉਹ ਲੋਥਾਂ ਚੱਕ ਕੇ ਉਹਨਾਂ ਦਾ ਢੇਰ ਮਾਰਤਾ। ਜਦੋਂ ਤੁਸੀਂ ਉਹ ਪੌੜੀਆਂ ਉੱਤਰ ਕੇ, ਜਿੱਥੇ ਪਹਿਲਾਂ ਜਿਹੜਾ ਮੈਂ ਸਥਿਤੀ ਦੱਸੀ ਆ ਵੀ ਆਹ ਥਾਂ ਹੈ, ਉਦੋਂ ਉੱਤਰ ਕੇ ਜਦੋਂ ਤੁਸੀਂ ਨਾ ਨਾਲ ਹੀ ਬਰਾਂਡਿਆਂ 'ਚ ਮੁੜ ਪੈਂਦੇ ਆ ਜਿੱਧਰ ਨੂੰ ਹੁਕਮਨਾਮਾ ਸਾਹਿਬ ਲਿਖੇ ਹੁੰਦੇ ਆ, ਜਿਹੜੇ ਪਹਿਲੇ ਬਰਾਂਡੇ ਹੀ ਆ ਸ਼ੁਰੂਆਤੀ, ਉੱਥੇ ਆਏ ਕਰਵਾ ਮੋੜ ਆ ਦਰਬਾਰ ਸਾਹਿਬ 'ਚ। ਉਸ ਥਾਂ ਤੇ ਲੋਥਾਂ ਦੇ ਢੇਰ ਲਾਏ ਗਏ ਤੇ ਮਸਾਮ ਪੱਥਰ ਆ ਜਿਹੜੇ ਇਹਦੇ 'ਚ ਮਸਾਮ ਹੁੰਦੇ ਆ। ਕਾਫੀ ਦਿਨ ਉੱਥੇ ਲਾਸ਼ਾਂ ਪਈਆਂ ਰਹੀਆਂ, ਉਹਨਾਂ ਦਾ ਖੂਨ ਉਹਨਾਂ 'ਚੋਂ ਵਹਿੰਦਾ ਰਿਹਾ ਤੇ ਉਹ ਪੱਥਰ ਨੇ ਉਹ ਖੂਨ ਪੀ ਲਿਆ। ਪੱਥਰ 'ਚੋਂ ਖੂਨ ਸਮਾ ਗਿਆ। ਸਾਡੇ ਜ਼ਖਮ ਮਟਾਉਣ ਦੀ ਬੜੀ ਕੋਸ਼ਿਸ਼ ਕੀਤੀ, ਜ਼ਖਮਾਂ ਨਾਲ ਬੰਦਾ ਜਿਉਂਦਾ ਰਹਿੰਦਾ। ਡਾਕਟਰ ਗੁਰਭਗਤ ਸਿੰਘ ਕਹਿੰਦੇ ਜ਼ਖਮ ਨੂੰ ਸੂਰਜ ਬਣਨ ਦਿਓ, ਇਹਦੇ ਤੋਂ ਤਾਕਤ ਲਓ, ਕੋਈ ਸੋਗੀ ਵਰਤਾਂਤ ਨਾ, ਕੋਈ ਰੋਣ ਪਿੱਟਣ ਦੀਆਂ ਗੱਲਾਂ ਨਾ ਕਰੋ। ਉਹ ਪੱਥਰ ਨੇ ਨਾ ਉਦੋਂ ਬਾਅਦ ਪਤਾ ਨਹੀਂ 40 ਸਾਲਾਂ 'ਚ ਕਿੰਨੀਆਂ ਉਹਦੇ ਤੇ ਰਗੜਾਈਆਂ ਹੋਈਆਂ ਹੋਣਗੀਆਂ। ਇਹ ਕੋਈ ਗੁਰੂ ਦੀ ਕਿਰਪਾ ਹੈ ਕਿ ਪੱਥਰ ਉੱਥੋਂ ਪੱਟੇ ਨਹੀਂ ਗਏ। ਉਹ ਸਾਡੇ ਖੂਨ ਜਿਹੜਾ ਪੱਥਰਾਂ ਨੇ ਪੀਤਾ ਹੈ ਉਹਨਾਂ ਤੇ ਦਗਦਾ ਉਵੇਂ ਹੀ ਸ਼ਰੇਆਮ ਬਹੁਤ ਗੂੜੇ ਰੰਗ ਦਾ ਜਿਹੜਾ ਹੈਗਾ ਉਹਨਾਂ ਤੇ ਨਿਸ਼ਾਨ ਆ ਪੱਥਰਾਂ ਦੇ। ਤੇ ਉਹ ਜਿਹੜੇ ਜੁਝਾਰੂ ਸਿੰਘਾਂ ਦੇ ਖੂਨ ਜਿਹੜਾ ਹੈਗਾ ਉਹਨਾਂ ਪੱਥਰਾਂ ਦੇ ਉੱਪਰ ਸਾਨੂੰ ਉਹ ਪੂਰੇ ਦਾ ਪੂਰਾ ਉਹ ਦਰਸ਼ਨ ਹੁੰਦਾ ਹੈ। ਉਸ ਥਾਂ ਨੂੰ ਜਾ ਕੇ ਨਤਮਸਤਕ ਹੋ ਗਿਰਾਂ ਜਿੱਥੇ ਪਾਕ ਪਵਿੱਤਰ ਖੂਨ ਡੁੱਲਿਆ। ਜੁਝਾਰ ਸਿੰਘ ਗੱਲ ਇਹ ਆ, ਮੈਂ ਤਾਂ ਤਰਕ ਤੋਂ ਜਿਉਂਦਾ ਨਹੀਂਗਾ। ਇਹ ਤਰਕ ਨਾਂ ਦੀ ਕਬਾੜ ਚੀਜ਼ ਸਿੱਖਾਂ 'ਚ ਕਦੇ ਐਗਜ਼ਿਸਟ ਨਹੀਂ ਕਰਦੀਗੀ। ਅਸੀਂ ਗੁਰੂ ਦੇ ਪ੍ਰੇਮ 'ਚ, ਉਹਦੀ ਬਾਣੀ 'ਚੋਂ ਜਿਉਣੇ ਹੈਗੇ ਆ। ਤੇ ਸਿੱਖਾਂ ਤੇ ਸਭ ਤੋਂ ਵੱਧ ਹਮਲੇ ਜਿਹੜੇ ਤਰਕ ਨਹੀਂ ਕੀਤੇ, ਬੜੇ ਕਬਾੜ ਜੇ ਕਾਮਰੇਡ ਜਾਂ ਹੋਰ, ਮੈਂ ਕਿਸੇ ਕੋ ਢੱਡਰੀਆਂ ਵਾਲਾ ਮੈਂ ਉਹੋ ਜਿਹੇ ਦਾ ਨਾਂ ਨਹੀਂ ਲੈਣਾ ਚਾਹੁੰਦਾ। ਇਹੋ ਜਿਹੇ ਦੇ ਤਰਕ ਨਾ ਮਿੱਟੀ ਹੋ ਜਾਂਦੇ ਆ। ਕੱਖ ਉਹ 2 ਮਿੰਟ ਜਿਉਣ ਵਾਲੀ ਚੀਜ਼ ਨਹੀਂ, ਤੇ ਮੈਂ ਉਹਨਾਂ ਦਾ ਜ਼ਿਕਰ ਵੀ ਨਹੀਂ ਕਰਨਾ ਚਾਹੁੰਦਾ। ਮੈਂ ਗੱਲ ਹੋਰ ਕਰਦਾ। ਜੁਝਾਰ ਸਿੰਘ ਕਹਿੰਦੇ ਨਾ, ਬੰਦੇ ਦੀ ਦੇਖਣ ਦੀ ਸਮਰੱਥਾ ਹੈ ਕਿਸੇ ਚੀਜ਼ ਨੂੰ, ਉਹਦੀ ਸ਼ਰਧਾ ਹੈ। ਕਹਿੰਦਾ ਮੈਂ 6 ਜੂਨ ਨੂੰ ਬਾਬਾ ਦੀਪ ਸਿੰਘ ਦੀ ਸਮਾਧ ਕੋਲੇ, ਬਾਬਾ ਦੀਪ ਸਿੰਘ ਦੇ ਸਥਾਨ ਕੋਲੇ ਮੱਥਾ ਟੇਕਿਆ। ਉੱਥੇ ਵੀ ਕਿਉਂਕਿ ਟੈਂਕ ਜਿਹੜੇ ਹੈਗੇ ਆ ਸਿੰਘਾਂ ਨੇ ਉਦੋਂ ਗਾਂ ਵਧਣ ਨਹੀਂ ਦਿੱਤੇ। ਤੇ ਪਿੰਦਰਪਾਲ ਤਾਂ ਇਹ ਕਹਿੰਦਾ ਵੀ ਬਾਬਾ ਦੀਪ ਸਿੰਘ ਜੀ ਉੱਥੇ ਲੜ ਰਹੇ ਸੀਗੇ, ਰੂਹਾਂ ਲੜ ਰਹੀਆਂ ਸੀਗੀਆਂ, ਉੱਥੇ ਸਿੱਖਾਂ ਦਾ ਖੂਨ ਡੁੱਲਿਆ। ਇੱਕ ਸਾਡਾ ਵੀਰ ਜੁਝਾਰ ਸਿੰਘ ਸਿੱਖ ਨਜ਼ਰੀਆ ਦਾ ਪੱਤਰਕਾਰ 2 ਸਾਲ ਪਹਿਲਾਂ ਜਦੋਂ ਉੱਥੇ ਮੱਥਾ ਟੇਕਦਾ ਨਾ, ਮੱਥਾ ਟੇਕ ਕੇ ਉੱਠਦਾ, ਉਹ ਖੂਨ ਨੂੰ ਦੇਖਦਾ, ਕਹਿੰਦਾ ਵੀ ਉਹ ਖੂਨ ਦੇ ਜਿਹੜੇ ਨਿਸ਼ਾਨ ਆ ਉਹ ਗੂੜੇ ਹੋ ਚੁੱਕੇ ਸੀ ਬਹੁਤ ਜ਼ਿਆਦਾ, ਜਿਵੇਂ 6 ਜੂਨ ਨੂੰ ਉਸ ਘੱਲੂਘਾਰਾ ਦਿਵਸ ਤੇ ਖੂਨ ਦਗ ਰਿਹਾ ਹੋਵੇ ਪੱਥਰਾਂ ਤੇ। ਐਂ ਅਸੀਂ ਜਿਹੜਾ ਹੈਗਾ ਕਿਸੇ ਦੈਵੀ ਰੂਪ 'ਚ ਜਾਂ ਕਿਸੇ ਜਿਹੜਾ ਹੈਗਾ ਕਰਾਮਾਤੀ ਰੂਪ 'ਚ ਕੌਮਾਂ ਐਂ ਜਿਉਂਦੀਆਂ ਤੇ ਇਹਨਾਂ ਤੋਂ ਊਰਜਾ ਲੈਂਦੀਆਂ। ਮੈਂ ਬਹੁਤ ਚਿਰ ਬੋਲ ਸਕਦਾ, ਮੈਂ ਸਾਰੀ ਦਿਹਾੜੀ ਬੋਲ ਸਕਦਾ, ਬਹੁਤ ਜ਼ਿਆਦਾ ਮੇਰੇ ਕੋਲੇ ਡਾਟਾ ਪਿਆ। ਮੈਂ ਜਿੰਨਾ ਲਿਖ ਕੇ ਲਿਆਇਆ ਮੈਨੂੰ ਸਮੇਂ ਦੀ ਸੀਮਾ ਪਤਾ ਹੈਗੀ ਆ, ਉਹਦਾ ਮੈਂ 5% ਤੁਹਾਨੂੰ ਦੱਸਤਾ। ਬਾਕੀ ਗੁਰੂ ਨੇ ਜਦੋਂ ਕਿਰਪਾ ਕੀਤੀ, ਸੰਗਤਾਂ ਨੇ ਜਦੋਂ ਜਿਹੜਾ ਦੁਬਾਰੇ ਮੌਕਾ ਦਿੱਤਾ, ਮੈਂ ਫੇਰ ਤੁਹਾਨੂੰ ਜਿਹੜਾ ਹੈਗਾ ਹੋਰ ਗੱਲਾਂ ਕਰਾਂਗੇ। ਹਮਕੋ ਸਤਗੁਰ ਬਚਨ ਪਾਤਸ਼ਾਹੀ, ਹਮ ਰਾਖਤ ਪਾਤਸ਼ਾਹੀ ਦਾਵਾ, ਜਾਂ ਇਤ ਕੋ ਜਾਂ ਅਗਲੋ ਪਾਵਾ, ਜੈ ਜੈ ਬਹੇ ਜ਼ਮੀਨ ਮਲ ਤੈਂ ਤੈਂ ਤਖਤ ਬਿਠਾਏ। ਸਾਡਾ ਪਾਤਸ਼ਾਹੀ ਦਾਵਾ ਹੈ, ਇਹ ਸਾਡੇ ਗੁਰੂ ਦੀ ਬਖਸ਼ਿਸ਼ ਆ ਸਾਡੇ ਤੇ। ਹਮਕੋ ਸਤਗੁਰ ਬਚਨ ਪਾਤਸ਼ਾਹੀ, ਇਹ ਨਿਹੰਗ ਸਿੰਘ ਇਹ ਗ੍ਰੰਥ ਪੜ੍ਹਦੇ ਆ। ਸਤਗੁਰਾਂ ਨੇ ਤੁਹਾਡੇ ਤੇ ਬਚਨ ਕੀਤਾ ਪਾਤਸ਼ਾਹੀ ਦਾ, ਤੇ ਅਸੀਂ ਬੇਗਮਪੁਰਾ ਵਸਾਉਣਾ ਹੈ। ਅਸੀਂ ਜਿਹੜਾ ਹੈਗਾ ਉਹ ਰਾਜ ਗੁਰੂ ਦਾ ਸੁਪਨਾ, ਉਹ ਵਿਸਮਾਦੀ ਰਾਜ ਜਿਹੜਾ ਸਿੰਘਾਂ ਨੇ ਜਿਨ੍ਹਾਂ ਨੂੰ ਨਾਂ ਖਾਲਿਸਤਾਨ ਦਾ ਦਿੱਤਾ ਸੀਗਾ, ਸਾਡੇ ਇਤਿਹਾਸ ਨੇ ਜਿਹਨੂੰ ਖਾਲਿਸਤਾਨ ਦਾ ਨਾਂ ਦਿੱਤਾ ਹੈ, ਗੁਰੂ ਸਾਹਿਬ ਨੇ ਕਿਰਪਾ ਕਰਨੀ ਆ, ਉਹ ਸਾਡਾ ਬੇਗਮਪੁਰਾ, ਉਹ ਹਲੇਮੀ ਰਾਜ, ਉਹ ਖਾਲਿਸਤਾਨ ਬਣਨਾ ਹੈ। ਗੁਰੂ ਦਾ ਜਿਹੜਾ ਬਚਨ ਆ ਸੱਚ ਸਾਬਤ ਹੋਣਾ ਹੈ। ਰਾਜ ਕਰੇਗਾ ਖਾਲਸਾ ਦੀਆਂ ਅਰਦਾਸਾਂ 'ਚ ਸੱਚ ਸਾਬਤ ਹੋਣੀਆਂ। ਪਾਠ ਕਰੋ, ਗੁਰੂ ਘਰਾਂ 'ਚ ਨਗਾਰੇ ਗਜਾਓ, ਗੱਤਕਾ ਖੇਡੋ, ਤੰਤੀ ਸਾਜਾਂ ਤੇ ਗੁਰੂ ਦਾ ਨਾਦ, ਗੁਰੂ ਦੇ ਅਸਲ ਜਿਹੜੇ ਹੈਗੇ ਆ ਸਾਜ, ਉਹਨਾਂ ਤੇ ਤੁਸੀਂ ਗੁਰੂ ਦਾ ਨਾਦ ਪ੍ਰਗਟ ਕਰੋ। ਵੱਧ ਤੋਂ ਵੱਧ ਪੜੋ। ਜੇ ਤੁਸੀਂ ਅੱਜ ਤੁਹਾਡੇ ਤੇ ਜਿਹੜਾ ਹਮਲਾ ਹੋ ਰਿਹਾ ਹੈ, ਜਿਹੜੇ ਚੀਜ਼ ਰਾਹੀਂ ਤੁਹਾਡੇ ਤੇ ਹਮਲਾ ਹੋ ਰਿਹਾ, ਉਸੇ ਰਾਹੀਂ ਉਹਦਾ ਜਵਾਬ ਦਿਓ। ਜੇ ਗਿਆਨ ਰਾਹੀਂ, ਇੰਟੈਲੀਜੈਂਸ ਰਾਹੀਂ ਹਮਲਾ ਹੋ ਰਿਹਾ, ਉਹਦੇ ਰਾਹੀਂ ਉਹਦਾ ਜਵਾਬ ਦਿਓ। ਤੇ ਤੁਸੀਂ ਜੋਗੋ ਜੋਗ ਜਿਉਣਾ ਹੈ। ਹਰਿੰਦਰ ਸਿੰਘ ਮਹਿਬੂਬ ਨਾ, ਉਹਦੀ ਇੱਕ ਕਵਿਤਾ ਹੈ, ਉਹ ਕਹਿੰਦਾ ਆ ਦਲ ਰੂਹਾਂ ਦਾ ਗੂੰਦੇਗਾ,
ਕੋਈ ਸਾਗਰ ਥਲ ਵਿੱਚ ਗੂੰਜੇਗਾ। ਇੱਥੇ ਰੂਹਾਂ ਦੇ ਹੜ੍ਹ ਆਉਣੇ ਆ। ਹਰਿੰਦਰ ਸਿੰਘ ਮਹਿਬੂਬ ਕਹਿੰਦੇ ਆ, ਸਾਡੀ ਲੜਾਈ ਅਸੀਂ ਇਕੱਲਿਆਂ ਨੇ ਨਹੀਂ ਲੜਨੀ। ਜਿਵੇਂ ਸਿੱਖੀ ਦਾ ਪ੍ਰਚਾਰ ਹੋ ਰਿਹਾ, ਗੋਰੇ ਸਿੱਖ ਬਣ ਰਹੇ ਆ, ਤੇ ਮੇਰਾ ਇਹ ਮੰਨਣਾ ਹੈ, ਮੈਂ ਰੂਹਾਂ ਤੇ ਮਿਸਟਿਸਿਜ਼ਮ ਤੇ ਸਟੱਡੀ ਕਰਦਾ ਹਾਂ, ਮੇਰਾ ਇਹ ਮੰਨਣਾ ਜਿਨ੍ਹਾਂ ਨੇ ਸਾਡੇ ਕੋਹ ਕੇ ਮਾਰੇ ਆ ਨਾ, ਉਹਨਾਂ ਦੇ ਘਰਾਂ 'ਚ ਵੀ ਖਾਲਸੇ ਨੇ ਪ੍ਰਗਟ ਹੋਣਾ ਹੈਗਾ। ਉਹਨਾਂ ਦੇ ਘਰਾਂ 'ਚ ਵੀ ਸੂਰਮਿਆਂ ਨੇ ਪ੍ਰਗਟ ਹੋਣਾ ਹੈ। ਉਹਨਾਂ ਨੂੰ ਆਪਦੇ ਭਾਰ ਤੋਂ ਮੁਕਤ ਹੋਣਾ ਪੈਣਾ ਹੈ। ਉਹਨਾਂ ਨੂੰ ਨਰਕ 'ਚ ਜਾਣ ਤੋਂ ਬਚਣ ਵਾਸਤੇ, ਆਪਦੇ ਭਾਰ ਤੋਂ ਮੁਕਤ ਹੋਣ ਵਾਸਤੇ ਲੜਨਾ ਪੈਣਾ ਹੈ। ਗੁਰੂ ਦੀ ਲੜਾਈ, ਜਿਹੜਾ ਹਰਿੰਦਰ ਸਿੰਘ ਮਹਿਬੂਬ ਕਹਿੰਦੇ ਨਾ, ਪੰਥ ਦੀ ਲੜਾਈ ਸਰਬ ਕੌਮਾਂ ਨੇ ਲੜਨੀ ਆ ਦਲ ਰੂਹਾਂ ਦਾ ਕੂੰਦੇਗਾ, ਕੋਈ ਸਾਗਰ ਥਲ ਵਿੱਚ ਗੂੰਦੇਗਾ। ਰੂਹਾਂ ਦੀ ਬਾਰਿਸ਼ ਹੋਣੀ ਆ। ਖਾਲਸੇ ਦੀ ਲੜਾਈ, ਆ ਨਿਹੰਗ ਸਿੰਘ ਆ, 96 ਕਰੋੜੀ ਫੌਜ ਆ, ਸਾਡੀ ਫੌਜ ਸੰਭੜੀ ਨਹੀਂ। ਜਦੋਂ ਇੱਥੇ ਰੂਹਾਂ ਦੀ ਬਾਰਿਸ਼ ਹੋਈ, ਜਦੋਂ ਇੱਥੇ ਦੇਹਾਂ ਗੁਰੂ ਦੇ ਰੰਗ 'ਚ ਰੰਗੀਆਂ ਗਈਆਂ, ਸਾਡੀ ਫੌਜ ਦਾ ਇਹਨਾਂ ਤੋਂ ਐਸਟੀਮੇਟ ਨਹੀਂ ਲੱਗਣਾ ਵੀ ਇਹ ਗੁਰੂ ਦੀਆਂ ਰੂਹਾਂ ਕਿੱਥੋਂ ਆ ਗਈਆਂ। ਡਾਕਟਰ ਗੁਰਭਗਤ ਸਿੰਘ ਜੀ ਵੀ ਇਹ ਗੱਲ ਕਹਿੰਦੇ ਆ, ਕਹਿੰਦੇ ਜਿਹੜਾ ਗੁਰੂ ਦਾ ਗੀਤ ਆ, ਗੁਰੂ ਦੀ ਬਾਣੀ ਆ, ਇਹ ਸਰਬ ਕੌਮਾਂ ਨੇ ਗਾਉਣੀ ਆ। ਜਿਹੜੀ ਸਿੱਖੀ ਆ, ਇਹ ਸਰਬ ਕੌਮਾਂ 'ਚ, ਕਾਇਨਾਤ 'ਚ ਫੈਲਣੀ ਆ। ਤੁਹਾਡੀ ਲੜਾਈ ਵੀ ਸਰਬ ਕੌਮਾਂ ਨੇ ਲੜਨੀ ਆ। ਤੁਹਾਡੀ ਲੜਾਈ ਵੀ ਕਾਇਨਾਤ ਦਾ ਇੱਕ ਵੱਡਾ ਜੰਗ ਹੋਣਾ ਹੈ। ਪੰਥ ਪ੍ਰਕਾਸ਼ ਪੜੋ, ਸੂਰਜ ਪ੍ਰਕਾਸ਼ ਪੜੋ, ਪ੍ਰੋਫੈਸਰ ਪੂਰਨ ਸਿੰਘ ਜੀ ਪੜੋ। ਇਹ ਲੜਾਈ ਨਿਸ਼ਚਿਤ ਆ, ਇੱਕ ਨਿਸ਼ਚਿਤ ਲੜਾਈ ਹੋਣੀ ਆ। ਜਦੋਂ ਨੀਲੀਆਂ ਫੌਜਾਂ ਨੇ ਲੜਨਾ ਹੈ, ਜਦੋਂ ਕੇਸਰੀ ਬਾਣਿਆਂ ਵਾਲਿਆਂ ਨੇ ਲੜਨਾ ਹੈ, ਜਦੋਂ ਸਰਬੱਤ ਖਾਲਸੇ ਨੇ ਲੜਨਾ ਹੈ, ਤੇ ਇੱਕ ਨਿਸ਼ਚਿਤ ਲੜਾਈ ਹੋਣੀ ਆ। ਕੂੜ ਦਾ ਭਾਂਡਾ ਭੱਜਣਾ ਹੈ, ਬੇਪਰਦਾ ਭਾਂਡਾ ਭੱਜਣਾ, ਤੇ ਸੰਤ ਦੇ ਤੇਜ ਦਾ ਪ੍ਰਗਟ ਜਲਾਓ ਇੱਥੇ ਆਉਣਾ। ਗੁਰੂ ਦਾ ਪ੍ਰਕਾਸ਼ ਹੋਣਾ। ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ, ਬੜੀ ਕਰੇਗੀ ਮौज। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।